ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰ ਅਰਜਨ ਬਿਗਨਨ ਕੀ ਨਾਸ਼ਕ, ਬਿਗਨਨ ਕੀ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋੜੀ, ਨਮੋ ਕਰ ਜੋੜੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨਰਾਗ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਧੰਨ ਵਾਹਿਗੁਰੂ ਸਾਹਿਬ ਜੀਓ। ਬਾਜ ਹੇਤ ਰਣ ਕਾਲ ਕਨੇਰੋ, ਮੁਗਲ ਸਖਾਨ ਪ੍ਰਾਨ ਤੇ ਹੀਨ। ਬਹੁਰ ਜਲੰਧਰ ਕੋ ਬੜ ਸੂਬਾ, ਅਬਦੁਲ ਖਾਨ ਲਰਿਓ ਬ੍ਰਿਤ ਕੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਕਲਯੁਗੀ ਜੀਵਾਂ ਨੂੰ ਤਾਰਨ ਹਾਰੇ
ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਬਾਣੀ ਕੇ ਬੋਹੇ ਥੇ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਦਾਤਾ ਬੰਦੀ ਛੋੜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਇਤਿਹਾਸਕ ਪਾਵਨ ਅਸਥਾਨ ਚਰਨਛੋਹ ਧਰਤੀ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਦਰਸ਼ਨ ਦੀਦਾਰੇ ਯਾਤਰਾ ਸਤ ਸੰਗਤ ਔਰ ਸੇਵਾ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ ਔਰ ਆਪਾਂ ਰਲ ਕਰਕੇ ਸਭ ਤੋਂ ਪਹਿਲਾਂ ਗੁਰ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ। ਉਪਰੰਤ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਹੁੰਦੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਰਹਿਮਤ ਕਰਨ ਭਾਵਨਾ ਸਹਿਤ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਭਾਵਨਾ ਸਹਿਤ ਸਤ ਸੰਗਤ ਦੇ ਵਿੱਚ ਹਾਜ਼ਰੀ ਭਰਨ ਦਾ ਪਾਤਸ਼ਾਹ ਜੀ ਉਦਮ ਬਖਸ਼ਿਸ਼ ਕਰਨ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਛੇਵੀਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦਾ ਤੀਸਰਾ ਜਿਹੜਾ ਯੁੱਧ ਹੈ, ਜੰਗ ਹੈ, ਜਿਹੜਾ ਪਾਤਸ਼ਾਹ ਜੀ ਨੇ ਮਾਲਵੇ ਦੀ ਧਰਤੀ ਤੇ ਮਹਾਰਾਜ ਦੇ ਕੋਲ ਗੁਰੂਸਰ ਲੜਿਆ ਤੇ 35,000 ਦੀ ਜਿਹੜੀ ਬਾਦਸ਼ਾਹ ਦੀ ਫੌਜ ਹੈ ਸ਼ਾਹਜਹਾਨ ਦੀ, ਉਹਦੇ ਨਾਲ 4,000 ਸਿੱਖ ਸਾਥੀ ਨਾਲ ਹਨ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਤੇ ਰਾਤ ਤੇ ਦਿਨ ਭਿਆਨਕ ਜੰਗ ਹੋਇਆ ਹੈ ਤੇ ਸਤਿਗੁਰਾਂ ਨੇ ਦੁਪਹਿਰ ਤੱਕ, ਰਾਤ ਦਾ ਜੰਗ ਸ਼ੁਰੂ ਹੋਇਆ ਤੇ ਦੁਪਹਿਰ ਤੱਕ ਜੰਗ ਜਿੱਤ ਲਿਆ ਹੈ। ਉਸ ਤੋਂ ਬਾਅਦ ਵਿੱਚ ਬੇਅੰਤ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚਦੀ ਹੈ। ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਦੀ ਹੈ, ਸੰਗਤ ਨਿਹਾਲ ਹੁੰਦੀ ਹੈ, ਹੈਰਾਨ ਵੀ ਹੁੰਦੀ ਹੈ ਕਿ ਛੇਵੇਂ ਪਾਤਸ਼ਾਹ ਜੀ ਛੋਟੀ ਜੀ ਸੈਨਾ ਲੈ ਕਰਕੇ ਕਿੰਨੇ ਵੱਡੇ ਦਲ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਸੰਗਤ ਸਤਿਗੁਰਾਂ ਦੀ ਔਰ ਸਤਿਗੁਰਾਂ ਦੀ ਸੈਨਾ ਦੀ ਸਿੱਖਾਂ ਦੀ ਚੜ੍ਹਦੀ ਕਲਾ ਵੇਖ ਕੇ ਪ੍ਰਸੰਨ ਹੁੰਦੀ ਹੈ। ਬਾਅਦ ਵਿੱਚ ਇੱਕ ਦੂਤ ਹਸਨ ਖਾਂ ਗੁਰੂ ਕੇ ਚਰਨਾਂ ਦੇ ਵਿੱਚ ਜਿਹੜਾ ਹਾਜ਼ਰ ਹੋ ਗਿਆ ਸੀਗਾ, ਆਪਣੀ ਸੈਨਾ ਦੇ ਵਿੱਚ ਵਿਰੋਧਤਾ ਹੋਣ ਕਰਕੇ ਉਹ ਖਬਰ ਲੈ ਕਰਕੇ ਬਾਦਸ਼ਾਹ ਤੱਕ ਪਹੁੰਚਿਆ ਹੈ। ਇਹ ਬਾਦਸ਼ਾਹ, ਬਹੁਤ ਵੱਡੀ ਫੌਜ ਲੈ ਕਰਕੇ ਤੁਸੀਂ ਸਾਨੂੰ ਭੇਜਿਆ ਸੀਗਾ। ਬਾਦਸ਼ਾਹ ਉਡੀਕ ਰਿਹਾ ਹੈ ਤੇ ਜਾ ਕੇ ਸਾਰੀ ਇਹਨੇ ਖਬਰ ਸੁਣਾਈ ਹੈ। ਬਾਦਸ਼ਾਹ ਤੂੰ ਵੱਡੀ ਫੌਜ ਦੇ ਕੇ ਭੇਜਿਆ ਸੀਗਾ, ਪਰ ਮੁਗਲਸ ਖਾਂ ਮੁਆਫ ਕਰਨਾ, ਲੱਲਾ ਬੇਗ ਸਾਡੇ ਆਖੇ ਨਹੀਂ ਲੱਗਿਆ। ਜਿਸ ਤਰ੍ਹਾਂ ਅਸੀਂ ਸਲਾਹਾਂ ਦਿੱਤੀਆਂ ਉਹਨੇ ਮੰਨੀਆਂ ਨਹੀਂ ਤੇ ਰਾਤ ਵੇਲੇ ਫੌਜ ਪਹੁੰਚੀ ਸੀਗੀ ਮਾਲਵੇ ਦੀ ਧਰਤੀ ਤੇ ਰਾਤ ਹੀ ਹਮਲਾ ਕਰ ਦਿੱਤਾ। ਇਹ ਸਾਨੂੰ ਪੁੱਠਾ ਪੈ ਗਿਆ। ਗੁਰੂ ਕੀ ਸੈਨਾ ਦੀ ਤਗੜੀ ਤਿਆਰੀ ਸੀ ਜਿਹਦੇ ਕਰਕੇ ਅਸੀਂ ਹਾਰ ਗਏ ਹਾਂ। ਔਰ ਫਿਰ ਨਾਲ ਹੀ ਬਾਦਸ਼ਾਹ ਬਹੁਤ ਹੈਰਾਨ ਹੋਇਆ ਹੈ, ਇੰਨੀ ਵੱਡੀ ਸੈਨਾ ਲੱਲਾ ਬੇਗ ਨੂੰ ਦੇ ਕਰਕੇ ਭੇਜੀ ਸੀ ਤਾਂ ਵੀ ਹਾਰ ਹੋਈ, ਨੁਕਸਾਨ ਹੋ ਗਿਆ। ਤੇ ਫਿਰ ਬਾਦਸ਼ਾਹ ਦੇ ਕੋਲ ਇੱਕ ਉਹਦਾ ਸਲਾਹਕਾਰ, ਉਹਦਾ ਅਹਿਲਕਾਰ ਜਿਹਦਾ ਨਾਮ ਹੈ ਵਜ਼ੀਰ ਖਾਂ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਵੀ ਜੁੜਿਆ ਹੋਇਆ ਹੈ। ਸਿੱਖ ਧਰਮ ਦੇ ਵਿੱਚ ਵੀ ਜਿਹਦੀ ਆਸਥਾ ਹੈ, ਪ੍ਰੇਮ ਹੈ, ਬਾਦਸ਼ਾਹ ਦਾ ਅਹਿਲਕਾਰ ਹੈ। ਤੇ ਕਈ ਵਾਰ ਇਹਨੇ ਚੰਗੀ ਸਲਾਹ ਦਿੱਤੀ ਹੈ, ਸਿਆਣੀ ਸਲਾਹ ਦਿੱਤੀ ਹੈ, ਜਿਹਦੇ ਕਰਕੇ ਇਹਦਾ ਬਾਦਸ਼ਾਹ ਦੇ ਘਰ ਦੇ ਵਿੱਚ ਚੰਗਾ ਸਤਿਕਾਰ ਹੈ।
ਇਹਨੇ ਬਾਦਸ਼ਾਹ ਜਦੋਂ ਗੁੱਸੇ ਦੇ ਵਿੱਚ ਆ ਗਿਆ ਹੈ ਤੇ ਉਸ ਵੇਲੇ ਬਾਦਸ਼ਾਹ ਨੂੰ ਇਹ ਸਲਾਹ ਦਿੱਤੀ ਹੈ, ਇਹ ਬਾਦਸ਼ਾਹ ਮੈਂ ਪਹਿਲਾਂ ਵੀ ਰੋਕਿਆ ਸੀਗਾ ਕਿ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਹਮਲਾ ਨਹੀਂ ਸੀ ਕਰਨਾ ਚਾਹੀਦਾ, ਮੈਂ ਹੱਕ ਦੇ ਵਿੱਚ ਨਹੀਂ ਸੀਗਾ। ਉਹਦਾ ਕਾਰਨ ਇਹ ਹੈ ਕਿ ਜਦੋਂ ਵੀ ਅਸੀਂ ਗੁਰੂ ਦੇ ਨਾਲ ਕੋਈ ਮੁਕਾਬਲਾ ਕੀਤਾ ਹੈ, ਕੋਈ ਜੰਗ ਕੀਤਾ ਹੈ, ਹਵਾ ਪੈਰੀ ਤੁਹਾਡੇ ਮਹਿਲ ਦੇ ਵਿੱਚ ਕਹਿਣ ਲੱਗੇ ਜਦੋਂ ਜੰਗ ਹੋਇਆ ਹੈ ਛੇਵੇਂ ਪਾਤਸ਼ਾਹ ਜੀ ਦੇ ਨਾਲ, ਉਦੋਂ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਯੋਧੇ ਹੀ ਨਹੀਂ ਹਨ, ਇਕੱਲੇ ਚੰਗੇ ਜਰਨੈਲ ਜਾਂ ਯੋਧੇ ਹੀ ਨਾ ਸਮਝ ਲਵੀਂ। ਇਹ ਬਾਦਸ਼ਾਹ ਛੇਵੇਂ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਉੱਪਰ ਬੈਠੇ ਹੋਏ ਛੇਵੇਂ ਗੁਰੂ ਹਨ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਸਾਡੇ ਲੋਕਾਂ ਦੇ ਵਿੱਚ ਇੱਥੋਂ ਤੱਕ ਜਿਹੜੇ ਤੁਹਾਡੇ ਪਹਿਲੇ ਬਾਦਸ਼ਾਹ ਹੋਏ ਹਨ, ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਸਤਿਕਾਰ ਕਰਦੇ ਰਹੇ ਹਨ। ਸਮੇਂ ਦੇ ਨਾਲ ਜਿਹੜੇ ਵੱਖਰੇ ਬਾਦਸ਼ਾਹ ਹੋਏ ਹਨ, ਉਹਦੀਆਂ ਵਜ਼ੀਰ ਖਾਨ ਨੇ ਕੁਝ ਉਦਾਹਰਨਾਂ ਬਾਦਸ਼ਾਹ ਨੂੰ ਦਿੱਤੀਆਂ ਹਨ। ਸ਼ਾਹਜਹਾਨ ਨੂੰ ਜੰਗ ਹਾਰਨ ਤੋਂ ਬਾਅਦ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਵੀ ਬਾਬਰ ਝੁਕ ਗਿਆ ਸੀਗਾ। ਬਾਬਰ ਤੇ ਗਰੀਬ ਨਿਵਾਜ ਸਤਿਗੁਰਾਂ ਨੂੰ ਭਾਵੇਂ ਇੱਕ ਵਾਰੀ ਬਾਬਰ ਨੇ ਪਕੜ ਲਿਆ ਸੀ, ਗ੍ਰਿਫਤਾਰ ਕਰ ਲਿਆ ਸੀਗਾ, ਜੇਲ੍ਹ ਦੇ ਵਿੱਚ ਬੰਦ ਵੀ ਕੀਤਾ ਸੀਗਾ, ਪਰ ਉਸ ਵੇਲੇ ਵੀ ਚੰਗੇ ਸਲਾਹਕਾਰਾਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੂੰ ਬੜੀ ਇੱਜ਼ਤ ਦੇ ਨਾਲ, ਸਤਿਕਾਰ ਦੇ ਨਾਲ ਰਿਹਾ ਕਰ ਦਿੱਤਾ ਗਿਆ ਸੀਗਾ ਅਤੇ ਗੁਰੂ ਨਾਨਕ ਸਾਹਿਬ ਜੀ ਤੋਂ ਮੁਆਫੀ ਵੀ ਮੰਗੀ ਸੀਗੀ। ਝੁਕੇ ਸਨ ਤੁਹਾਡੇ ਵਡੇਰੇ ਬਾਦਸ਼ਾਹ। ਹਮਾਯੂ ਬਾਦਸ਼ਾਹ ਜਿਹੜਾ ਬਾਬਰ ਤੋਂ ਬਾਅਦ ਵਿੱਚ ਬਣਿਆ ਹੈ, ਉਹ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਈ ਵਾਰ ਗਿਆ ਸੀਗਾ ਅਤੇ ਉਹਨਾਂ ਦੇ ਚਰਨਾਂ ਦੇ ਵਿੱਚੋਂ ਕਈ ਆਸ਼ੀਰਵਾਦ ਉਹਨਾਂ ਨੇ ਪ੍ਰਾਪਤ ਕੀਤੇ ਸਨ। ਔਰ ਇਸੇ ਤਰ੍ਹਾਂ ਜਿਹੜਾ ਅਕਬਰ ਬਾਦਸ਼ਾਹ ਹੋਇਆ ਹੈ, ਉਹ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਜਾਂਦਾ ਸੀਗਾ। ਇੱਕ ਵਾਰੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਵੀ ਗਿਆ ਔਰ ਇੱਥੋਂ ਤੱਕ ਕਿ ਬਹੁਤ ਵੱਡੀ ਜਦੋਂ ਜਿੱਤ ਹੋਈ ਅਤੇ ਅਕਬਰ ਬਾਦਸ਼ਾਹ ਨੇ ਕਈ ਜਿਹੜੇ ਇਲਾਕੇ ਸਨ ਗੁਰੂ ਘਰ ਦੇ ਨਾਮ 'ਤੇ ਲਵਾ ਦਿੱਤੇ ਸਨ ਔਰ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਸ਼ੁਕਰ ਕਰਨ ਵਾਸਤੇ ਗਿਆ ਸੀਗਾ ਅਕਬਰ ਬਾਦਸ਼ਾਹ। ਔਰ ਉਹਨਾਂ ਤੋਂ ਬਾਅਦ ਜਿਹੜਾ ਜਹਾਂਗੀਰ ਹੈ, ਭਾਵੇਂ ਠੀਕ ਉਹਨੇ ਕਈ ਸਲਾਹਕਾਰਾਂ ਦੇ ਮਗਰ ਲੱਗ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਹੈ, ਪਰ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਦੋਂ ਅਜ਼ਮਤ ਦਾ ਪਤਾ ਲੱਗਾ ਅਤੇ ਜਹਾਂਗੀਰ ਬਾਦਸ਼ਾਹ ਨੇ ਫਿਰ ਸ਼ਾਹਜਹਾਨ ਜਿਹੜਾ ਤੁਹਾਡਾ ਬਾਦਸ਼ਾਹ ਜਹਾਂਗੀਰ ਹੋਇਆ ਹੈ, ਉਸ ਨੇ ਫਿਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੁਲ੍ਹਾ ਕਰ ਲਈ ਸੀਗੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕਈ ਵਾਰ ਰਿਹਾ ਅਤੇ ਜਹਾਂਗੀਰ ਨੇ ਕਦੇ ਛੇਵੇਂ ਪਾਤਸ਼ਾਹ ਜੀ ਦੇ ਨਾਲ ਜੰਗ ਨਹੀਂ ਕੀਤੀ ਅਤੇ ਕਦੇ ਵਿਰੋਧਤਾ ਨਹੀਂ ਕੀਤੀ ਹੈ। ਜੇ ਇੱਕ ਵਾਰੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਨੂੰ ਬੰਦ ਵੀ ਕਰ ਦਿੱਤਾ ਸੀਗਾ ਕਈਆਂ ਦੇ ਕਹਿਣ 'ਤੇ, ਪਰ ਬਾਅਦ ਵਿੱਚ ਜਦੋਂ ਰਾਤ ਨੂੰ ਭਿਆਨਕ ਸੁਪਨੇ ਆਏ, ਉਹਦਾ ਚੈਨ, ਉਹਦੀ ਨੀਂਦ ਖਤਮ ਹੋ ਗਈ ਸੀਗੀ ਅਤੇ ਫਿਰ ਬਾਅਦ ਵਿੱਚ ਉਸ ਨੇ ਵੀ ਬੜੀ ਇੱਜ਼ਤ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੂੰ ਸਮੇਤ ਹੋਰ 52 ਰਾਜਿਆਂ ਦੇ ਉਹਨਾਂ ਦੀ ਇੱਛਾ ਦੇ ਮੁਤਾਬਕ ਕਿਲ੍ਹੇ ਤੋਂ ਰਿਹਾ ਕਰ ਦਿੱਤਾ ਸੀਗਾ। ਇਹ ਸਾਰੀਆਂ ਗੱਲਾਂ ਹੁਣ ਵਜ਼ੀਰ ਖਾਨ ਨੇ ਯਾਦ ਕਰਵਾਈਆਂ ਬਾਦਸ਼ਾਹ ਸ਼ਾਹਜਹਾਨ ਨੂੰ ਕਿ ਜਿਹੜੇ ਤੁਹਾਡੇ ਵਡੇਰੇ ਪਹਿਲੇ ਬਾਦਸ਼ਾਹ ਹੋਏ ਹਨ, ਆਖਰ ਠੀਕ ਹੈ ਕੋਈ ਥੋੜ੍ਹੀ ਵਿਰੋਧਤਾ ਕੀਤੀ ਹੈ, ਪਰ ਆਖਰਕਾਰ ਉਹਨਾਂ ਨੂੰ ਝੁਕਣਾ ਹੀ ਪਿਆ ਹੈ, ਝੁਕ ਕੇ ਰਹੇ ਹਨ ਉਹ। ਇਸ ਕਰਕੇ ਇਹ ਸ਼ਾਹਜਹਾਨ, ਤੁਹਾਨੂੰ ਮੈਂ ਰੋਕਿਆ ਕਈ ਵਾਰ, ਅਤੇ ਗੁਰੂ ਘਰ ਦੇ ਨਾਲ ਜਿਹੜਾ ਵਿਰੋਧ ਕਰਨਾ ਹੈ ਜਾਂ ਮੱਥਾ ਲਾਉਣਾ ਉਹ ਠੀਕ ਨਹੀਂ ਹੈ। ਇਸ ਕਰਕੇ ਅਜੇ ਵੀ ਸਮਝਣ ਦੀ ਲੋੜ ਹੈ ਅਤੇ ਸਾਨੂੰ ਸਖਤੀ ਦੇ ਨਾਲ ਵਰਤਾਓ ਨਹੀਂ ਕਰਨਾ ਚਾਹੀਦਾ, ਨਿਮਰਤਾ ਧਾਰਨ ਕਰਨੀ ਚਾਹੀਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਇਕੱਲੇ ਬਹਾਦਰ ਯੋਧੇ ਨਹੀਂ, ਬਹੁਤ ਵੱਡੇ ਫਕੀਰ, ਬਹੁਤ ਵੱਡੇ ਸੰਤ ਅਤੇ ਗੁਰੂ ਹਨ ਜਿਨ੍ਹਾਂ ਦੇ ਅੱਗੇ ਦੁਨੀਆ ਝੁਕਦੀ ਹੈ। ਅਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਜਦੋਂ ਵਜ਼ੀਰ ਖਾਨ ਨੇ ਸ਼ਾਹਜਹਾਨ ਦੇ ਕੋਲ ਸਿਫਤ ਕੀਤੀ ਹੈ
ਤੇ ਸ਼ਾਹਜਹਾਨ ਇਹ ਸਾਰਾ ਕੁਝ ਸੁਣ ਰਿਹਾ ਹੈ। ਆਓ ਇਹ ਆਪਸ ਦੇ ਵਿੱਚ ਜੰਗ ਹਾਰਨ ਤੋਂ ਬਾਅਦ ਸ਼ਾਹਜਹਾਨ ਦੇ ਕੋਲ ਜਿਵੇਂ ਸੁਨੇਹਾ ਪਹੁੰਚਦਾ ਹੈ ਤੇ ਉਹਦੇ ਸਲਾਹਕਾਰ ਜਿਵੇਂ ਉਹਨੂੰ ਸਲਾਹਾਂ ਦੇ ਰਹੇ ਹਨ, ਤੇ ਪਿਛਲਾ ਜਿਹੜਾ ਸਬੰਧ ਹੈ ਗੁਰੂ ਘਰ ਦੇ ਨਾਲ ਦੱਸ ਕੇ ਅਗਲੀ ਕੀ ਕਾਰਵਾਈ ਕੀਤੀ ਜਾਣੀ ਹੈ ਉਹਦੇ ਬਾਰੇ ਜੋ ਵਿਚਾਰ ਚਰਚਾ ਹੋ ਰਹੀ ਹੈ, ਆਓ ਇਤਿਹਾਸ ਦੇ ਵਿੱਚੋਂ ਸਰਵਣ ਕਰਦੇ ਹਾਂ। ਇੱਕ ਵਾਰੀ ਸਾਰੀ ਸੰਗਤ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਜ ਹਿਤ ਰਣ ਕਾਲ ਕਨੇਰੋ, ਮੁਗਲ ਸਖਾਨ ਪ੍ਰਾਨ ਤੇ ਹੀਨ। ਤੇ ਕਹਿਣ ਲੱਗੇ ਇੱਕ ਵਾਰੀ ਇਹ ਬਾਦਸ਼ਾਹ ਵਜ਼ੀਰ ਖਾਂ ਕਹਿ ਰਿਹਾ ਹੈ, ਬਾਦਸ਼ਾਹ ਸ਼ਾਹਜਹਾਨ ਨੂੰ ਪਿਛਲੀਆਂ ਗੱਲਾਂ ਯਾਦ ਕਰਵਾ ਰਿਹਾ ਹੈ। ਕਹਿਣ ਲੱਗੇ ਛੇਵੇਂ ਪਾਤਸ਼ਾਹ ਜੀ ਦੇ ਨਾਲ ਸਾਡੇ ਪਹਿਲਾਂ ਵੀ ਯੁੱਧ ਹੋ ਚੁੱਕੇ ਹਨ। ਇੱਕ ਵਾਰੀ ਇੱਕ ਬਾਜ ਦੇ ਕਰਕੇ ਜੰਗ ਹੋਇਆ, ਲੜਾਈ ਹੋਈ ਬਾਜ ਦੇ ਕਰਕੇ, ਤੇ ਮੁਗਲਸ ਖਾਂ ਕਹਿਣ ਲੱਗੇ ਕਿ ਬਾਜ ਹੇਤ ਰਣ ਘਾਲ ਘਨੇਰੋ, ਮੁਗਲਸ ਖਾਨ ਪ੍ਰਾਣ ਤੇ ਹੀਨ। ਸਾਡਾ ਜਰਨੈਲ ਮੁਗਲਸ ਖਾਂ ਮਾਰਿਆ ਗਿਆ ਤੇ ਬਹੁਤ ਵੱਡੀ ਸੈਨਾ ਅੰਮ੍ਰਿਤਸਰ ਤੇ ਚੜ੍ਹਾਈ ਕਰਕੇ ਗਈ ਸੀਗੀ। ਉਦੋਂ ਵੀ ਗੁਰੂ ਦੇ ਕੋਲੋਂ, ਗੁਰੂ ਦੇ ਹੱਥੋਂ ਸਾਨੂੰ ਬਹੁਤ ਵੱਡੀ ਹਾਰ ਮਿਲੀ ਹੈ। ਮੋਹਰ ਜਲੰਧਰ ਕੋ ਬੜ ਸੂਬਾ, ਅਬਦੁਲ ਖਾਨ ਲਰਿਓ ਬ੍ਰਿਤ ਕੀਨ। ਤੇ ਉਸ ਤੋਂ ਬਾਅਦ ਵਿੱਚ ਇਹ ਬਾਦਸ਼ਾਹ ਸ਼ਾਹਜਹਾਨ ਤੁਸੀਂ ਹੋਰ ਵੀ ਸੁਣ ਲਓ। ਜਦੋਂ ਇੱਕ ਵਾਰੀ ਜਲੰਧਰ ਦਾ ਮਹਾਨ ਬੜਾ ਤਜਰਬੇਕਾਰ ਸਾਡਾ ਸੂਬੇਦਾਰ ਨਵਾਬ ਕਹਿਣ ਲੱਗੇ ਕਿ ਉਦੋਂ ਜਦੋਂ ਉਹਨੇ ਚੜ੍ਹਾਈ ਕੀਤੀ ਜਲੰਧਰ ਦੇ ਸੂਬੇਦਾਰ ਨੇ ਛੇਵੇਂ ਪਾਤਸ਼ਾਹ ਜੀ ਦੇ ਉੱਪਰ, ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜੰਗ ਹੋਇਆ ਹੈ, ਤੇ ਕਹਿਣ ਲੱਗੇ ਸੂਬਾ ਚੜ੍ਹ ਕੇ ਗਿਆ ਤੇ ਉਸ ਵੇਲੇ ਜਿਹੜਾ ਬਹੁਤ ਵੱਡਾ ਕਹਿਣ ਲੱਗੇ ਅਬਦੁਲ ਖਾਂ ਲਰਿਓ ਮ੍ਰਿਤ ਕੀਨ, ਤੇ ਛੇਵੇਂ ਪਾਤਸ਼ਾਹ ਜੀ ਦੇ ਨਾਲ ਉਹਨੇ ਜੰਗ ਕੀਤਾ। 15,000 ਦੀ ਫੌਜ ਭਾਵੇਂ ਕੋਲ ਸੀਗੀ, ਪਰ ਉਹ ਵੀ ਜੰਗ ਦੇ ਮੈਦਾਨ ਦੇ ਵਿੱਚੋਂ ਜਿਉਂਦਾ ਹੋਇਆ ਵਾਪਸ ਨਹੀਂ ਸੀ ਪਰਤਿਆ ਲੱਲਾ ਬੇਗ ਵਾਂਗ, ਤੇ ਉੱਥੇ ਹੀ ਮਾਰਿਆ ਗਿਆ ਸੀਗਾ। ਅਬ ਤੁਰੰਗ ਕੀ ਕਹਾਂ ਬਾਤ ਥੀ, ਲਸ਼ਕਰ ਰਾਵਰ ਦਿਓ ਪਠਾਏ। ਤੇ ਹੁਣ ਵੀ ਬਾਦਸ਼ਾਹ ਘੋੜਿਆਂ ਦੀ ਕੀ ਗੱਲ ਸੀਗੀ, ਘੋੜੇ ਤੁਹਾਡੇ ਸਾਹਮਣੇ ਕੀ ਹਨ। ਪਹਿਲਾਂ ਇੱਕ ਬਾਜ ਦੇ ਕਰਕੇ ਜੰਗ ਕੀਤਾ ਤੇ ਹਾਰ ਗਏ, ਬਹੁਤ ਵੱਡਾ ਨੁਕਸਾਨ ਸਾਡਾ ਉਦੋਂ ਹੋਇਆ। ਤੇ ਬਾਅਦ ਵਿੱਚ ਸੂਬੇਦਾਰ ਮਾਰਿਆ ਗਿਆ ਸਾਡਾ ਨਵਾਬ ਜੰਗ ਕਰਦਾ ਹੋਇਆ। ਤੇ ਕਹਿਣ ਲੱਗੇ ਹੁਣ ਘੋੜਿਆਂ ਦੇ ਕਰਕੇ ਜਿਹੜਾ ਬਾਬਾ ਬਿਧੀ ਚੰਦ ਜੀ ਘੋੜੇ ਲੈ ਗਏ ਸਨ, ਤੇ ਫਿਰ ਕੀ ਹੋਇਆ, ਆਖਰ ਤਾਂ ਗੁਰੂ ਘਰ ਦੀ ਹੀ ਅਮਾਨਤ ਸੀਗੀ। ਕਹਿਣ ਲੱਗੇ ਜੇ ਬਿਧੀ ਚੰਦ ਜੀ ਘੋੜੇ ਲੈ ਵੀ ਗਏ ਸਨ ਤੇ ਛੇਵੇਂ ਪਾਤਸ਼ਾਹ ਜੀ ਦੇ ਸਨ, ਕਹਿਣ ਲੱਗੇ ਸਾਡਾ ਲਸ਼ਕਰ ਜਿਹੜਾ ਵੱਡਾ ਭੇਜਣ ਦਾ ਫੈਸਲਾ ਠੀਕ ਨਹੀਂ ਸੀਗਾ, ਗੁਰੂ ਦੇ ਨਾਲ ਜੰਗ ਨਹੀਂ ਸੀ ਕਰਨਾ ਚਾਹੀਦਾ। ਤੇ ਕਹਿਣ ਲੱਗੇ ਕੀ ਹੋਇਆ, ਅਬ ਤਰੰਗ ਕੀ ਕਹਾਂ ਬਾਤ ਥੀ, ਲਸ਼ਕਰ ਰਾਵਰ ਦਿਓ ਪਠਾਏ। ਹੈ ਬਾਦਸ਼ਾਹ ਸਾਡੀ ਸਲਾਹਾਂ ਦੇ ਉਲਟ ਵੱਡਾ ਜਿਹੜਾ ਲਸ਼ਕਰ ਉਹ ਭੇਜ ਦਿੱਤਾ ਗਿਆ ਸੀਗਾ। ਸੀਤ ਉਪਾਏ ਸਕਲ ਹੀ ਮਾਰੇ, ਬਚਿਓ ਨਾ ਕੋ ਪਟ ਹਟ ਕਰ ਆਏ। ਤੇ ਕਹਿਣ ਲੱਗੇ ਕਿ ਫਿਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਔਰ ਉਹਨਾਂ ਦੇ ਬਹਾਦਰ ਯੋਧਿਆਂ ਨੇ ਬਹੁਤ ਵੱਡਾ ਜੰਗ ਕੀਤਾ, ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਹੈ। ਤੇ ਕਹਿਣ ਲੱਗੇ ਖਬਰ ਸਾਡੇ ਕੋਲ ਪਹੁੰਚ ਚੁੱਕੀ ਹੈ, ਵੱਡਾ ਜਿਹੜਾ ਜੰਗ ਹੋਇਆ ਹੈ ਉਹਦੇ ਵਿੱਚ ਸਾਡੇ ਸਾਰੇ ਜਰਨੈਲ, ਕੋਈ ਵੀ ਜਰਨੈਲ ਸੈਨਾਪਤੀ ਵਾਪਸ ਨਹੀਂ ਪਰਤਿਆ, ਤੇ ਸੈਨਾ ਦਾ ਮੁਖੀ ਲੱਲਾ ਬੇਗ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਹੈ। ਚਤੁਰ ਸਹੰਸਰ ਬਾਹਨੀ ਗੁਰ ਸੰਗ ਤੁਮਰੀ, ਅਗਨਤ ਦਈ ਕਪਾਏ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੈਨਾ ਦੇ ਪੱਖੋਂ ਦੇਖੀਏ ਤੇ 4,000 ਉਹਨਾਂ ਦੇ ਕੋਲ ਜਰਨੈਲ ਹੈ, ਪਰ ਗੱਲ ਫਿਰ ਉਹੀ ਹੈ, ਉਹ ਇਕੱਲੇ ਯੋਧੇ ਨਹੀਂ ਹਨ, ਬਹੁਤ ਵੱਡੇ ਉਹ ਸੰਤ ਮਹਾਂਪੁਰਸ਼ ਗੁਰੂ ਹਨ। ਤੇ ਕਦੇ ਪੈਗੰਬਰਾਂ ਦਾ, ਗੁਰੂਆਂ ਦਾ, ਪੀਰਾਂ ਦਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਮੱਥਾ ਲਾਉਣਾ ਠੀਕ ਨਹੀਂ ਹੈ, ਜੇ ਮੱਥਾ ਲਾਇਆ ਵੀ ਹੈ ਤੇ ਕਹਿਣ ਲੱਗੇ 4,000 ਦੀ ਫੌਜ ਨੇ ਸਾਡਾ ਏਡਾ ਵੱਡਾ ਦਲ ਮਿੱਟੀ ਦੇ ਵਿੱਚ ਮਿਲਾ ਦਿੱਤਾ, ਖਪਾ ਦਿੱਤਾ ਹੈ। ਇਹ ਅਸਲ ਦੇ ਵਿੱਚ ਇਹ ਬਾਦਸ਼ਾਹ ਉਹ ਇਕੱਲੇ ਰਾਜੇ ਨਹੀਂ, ਬਹੁਤ ਵੱਡੇ ਗੁਰੂ ਹਨ, ਬਹੁਤ ਵੱਡੇ ਅਜ਼ਮਤੀ ਹਨ,
ਜਿਹਦੇ ਕਰਕੇ ਸਾਡੀ ਵੱਡੀ ਸੈਨਾ ਵੀ ਉਹਨਾਂ ਦਾ ਕੁਛ ਨਹੀਂ ਵਿਗਾੜ ਸਕੀ ਹੈ। ਏਕ ਬਾਤ ਕੇ ਕਹਿ ਕਰੈ ਸਭ, ਜਿਮ ਚਾਹਤ ਗੁਰ ਲਹਿ ਬਣਾਏ। ਤੇ ਛੇਵੇਂ ਪਾਤਸ਼ਾਹ ਜੀ ਮਹਾਨ ਪੈਗੰਬਰ ਗੁਰੂ ਪੀਰ ਹੋਣ ਕਰਕੇ ਉਹ ਤਾਂ ਜਿਵੇਂ ਚਾਹੁਣ, ਜਿਸ ਤਰ੍ਹਾਂ ਉਹਨਾਂ ਦਾ ਮਨ ਕਰਦਾ ਹੈ ਉਸੇ ਤਰ੍ਹਾਂ ਉਹ ਬਣਾ ਲੈਂਦੇ ਹਨ। ਜਿਸ ਤਰ੍ਹਾਂ ਉਹ ਚਾਹੁੰਦੇ ਹਨ ਉਸੇ ਤਰ੍ਹਾਂ ਭਾਣਾ ਵਰਤਦਾ ਹੈ। ਜਿਮ ਸਮਤਾ ਤਿਨ ਸੋ ਮਨ ਆਵੈ, ਕਿਉ ਨ ਵਿਚਾਰਤ ਹੋ ਮਨ ਲਾਏ। ਔਰ हे ਬਾਦਸ਼ਾਹ, ਇੱਕ ਦੁਨਿਆਵੀ ਬਾਦਸ਼ਾਹ ਦਾ ਇੱਕ ਧਾਰਮਿਕ ਪੁਰਸ਼ ਦੇ ਨਾਲ ਕੀ ਮਿਲਾਪ ਹੈ, ਕੀ ਮੇਲ ਹੈ, ਕੀ ਟਾਕਰਾ ਹੈ। ਤੇ ਕਹਿਣ ਲੱਗੇ ਸਾਡੀ ਛੇਵੇਂ ਪਾਤਸ਼ਾਹ ਜੀ ਦੇ ਨਾਲ ਕੋਈ ਬਰਾਬਰਤਾ ਨਹੀਂ ਹੈ, ਸਾਡਾ ਮੱਥਾ ਲਾਉਣਾ ਠੀਕ ਨਹੀਂ ਹੈ। ਕਿਮ ਸਮਤਾ ਤਿਨ ਸੋ ਬਨ ਆਵੇ, ਕਿਉਂ ਨਾ ਵਿਚਾਰਤ ਹੋ ਮਨ ਲਾਏ। ਇਹ ਗੱਲ ਮੰਨ ਲਾ ਕੇ हे ਬਾਦਸ਼ਾਹ, ਜਿਸ ਤਰ੍ਹਾਂ ਪਹਿਲੇ ਬਾਦਸ਼ਾਹ ਵਿਚਾਰ ਕਰਕੇ ਤੇ ਬਾਅਦ ਵਿੱਚ ਪਿੱਛੇ ਹਟ ਜਾਂਦੇ ਰਹੇ ਤੇ ਸਤਿਗੁਰਾਂ ਦਾ ਝੁਕ ਕੇ ਸਤਿਕਾਰ ਕਰਦੇ ਰਹੇ ਹਨ, ਤੁਹਾਡੇ ਮਨ ਦੇ ਵਿੱਚ ਇਹ ਗੱਲ ਸਮਝ ਦੇ ਵਿੱਚ ਆ ਜਾਣੀ ਚਾਹੀਦੀ ਹੈ। ਆਪਨ ਬਦਨ ਕੀ ਰੱਖੋ ਮਰਿਆਦਾ, ਜਿਨ ਆਗੈ ਤਿਨ ਸੀਸ ਨਿਵਾਏ। ਤੇ ਆਪਣੇ ਵੱਡੇ ਜਿਹੜੇ ਬਾਦਸ਼ਾਹ ਪਹਿਲਾਂ ਤੁਹਾਡੇ ਤੋਂ ਹੋਏ ਹਨ ਉਹਨਾਂ ਦੀ ਮਰਿਆਦਾ, ਉਹਨਾਂ ਦੇ ਜੀਵਨ ਦੀ ਜਿਹੜੀ ਸੇਧ ਹੈ ਉਹਨਾਂ ਤੋਂ ਲੈਣੀ ਚਾਹੀਦੀ ਹੈ। ਜਿਸ ਤਰ੍ਹਾਂ ਉਹਨਾਂ ਨੇ ਕੀਤਾ, ਆਪਣੇ ਵੱਡਿਆਂ ਤੋਂ ਸਾਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ। ਤੇ ਜਿਹੜੀ ਉਹਨਾਂ ਦੀ ਮਰਿਆਦਾ ਸੀਗੀ ਉਹ ਗੁਰੂ ਘਰ ਦਾ ਸਤਿਕਾਰ ਕਰਦੇ ਰਹੇ ਹਨ ਤੇ ਸਾਨੂੰ ਵੀ ਉਹਨਾਂ ਦੇ ਵਾਂਗ ਸੀਸ ਨਿਵਾਉਣਾ ਚਾਹੀਦਾ ਹੈ। ਤਿਮਹੀ ਤੁਮਕੋ ਚਾਹੀਅਤ ਹਜ਼ਰਤ, ਜੇ ਨ ਕਰੋ ਕਾਰਜ ਬਿਗਰਾਏ। ਤੇ ਬਾਦਸ਼ਾਹ ਜੀ, ਅਗਰ ਤੁਸੀਂ ਸਾਡੇ ਤੇ ਵਿਸ਼ਵਾਸ ਕਰਦੇ ਹੋ, ਸਾਡੀ ਸਲਾਹ ਲੈਂਦੇ ਹੋ ਤੇ ਸਾਡੀ ਸਲਾਹ ਫਿਰ ਇਹੀ ਹੈ, ਆਪਣੇ ਵੱਡਿਆਂ ਦੇ ਵਾਂਗ ਅਸੀਂ ਵੀ ਗੁਰੂ ਘਰ ਦਾ ਜਿਹੜਾ ਸਤਿਕਾਰ ਹੈ ਉਹ ਕਰੀਏ। ਤੇ ਕਹਿਣ ਲੱਗੇ ਕਿ ਭਾਈ ਜੇ ਅਸੀਂ ਨਾ ਇਸ ਤਰ੍ਹਾਂ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਨਾ ਕਰੋ ਕਾਰਜ ਬਿਗਰਾਏ, ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਾਡਾ 3 ਯੁੱਧਾਂ ਦੇ ਵਿੱਚ, ਜੰਗਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਫਿਰ ਇਸੇ ਤਰ੍ਹਾਂ ਸਾਡਾ ਕਾਰਜ ਵਿਗੜੇਗਾ। ਚੜ੍ਹਨ ਲਗੇ ਜਬ, ਮੈਂ ਤੁਮ ਕੋ ਰੱਖਿਓ ਅਟਕਾਏ। ਤੇ ਜਦੋਂ ਫੌਜ ਜਾਣ ਲੱਗੀ ਸੀ ਛੇਵੇਂ ਪਾਤਸ਼ਾਹ ਜੀ ਦੇ ਉੱਪਰ ਹਮਲਾ ਕਰਨ ਵਾਸਤੇ, ਮੈਂ ਤਾਂ ਉਦੋਂ ਵੀ ਹੱਕ ਦੇ ਵਿੱਚ ਨਹੀਂ ਸੀਗਾ ਜਾਣ ਦੇ, ਤੇ ਮੈਂ ਚਾਹੁੰਦਾ ਸੀਗਾ ਕਿ ਫੌਜ ਰੁਕ ਜਾਵੇ। ਮੈਂ ਕਈ ਕੋਸ਼ਿਸ਼ਾਂ ਕੀਤੀਆਂ ਸਨ, ਪਰ ਕੁਝ ਸਲਾਹਕਾਰਾਂ ਦੇ ਕਹਿਣ ਦੇ ਨਾਲ ਤੁਸੀਂ ਉਹਨਾਂ ਦੀ ਗੱਲ ਮੰਨ ਕੇ ਵੱਡਾ ਜਿਹੜਾ ਦਲ ਹੈ ਉਹ ਭੇਜਿਆ ਹੈ। ਤੋਹੇ ਪਟਨ ਜਿਨ ਤੇ ਲੈ ਬਖਸ਼ਿਸ਼, ਰਾਜ ਕਰਿਓ ਸਭ ਦੇਸ਼ ਵਿਦੇਸ਼। ਤੇ ਤੁਹਾਡੇ ਵਡੇਰਿਆਂ ਨੇ ਜਿਸ ਤਰ੍ਹਾਂ ਪਹਿਲੇ ਗੁਰੂ ਸਾਹਿਬਾਨਾਂ ਤੋਂ ਬਖਸ਼ਿਸ਼ਾਂ ਲੈ ਕਰਕੇ, ਭੁੱਲਾਂ ਦੀ ਖਿਮਾ ਮੰਗ ਕੇ ਤੇ ਬਹੁਤ ਵੱਡੇ ਰਾਜ ਸਥਾਪਿਤ ਕੀਤੇ, ਬਾਦਸ਼ਾਹੀਆਂ ਇੱਥੇ ਕੀਤੀਆਂ ਹਨ, ਉਸੇ ਤਰ੍ਹਾਂ ਇਹ ਬਾਦਸ਼ਾਹ ਜੇ ਤੁਸੀਂ ਵੀ ਰਾਜ ਸਲਾਮਤ ਚਾਹੁੰਦੇ ਹੋ, ਰਾਜ ਦੀ ਖੈਰ ਚਾਹੁੰਦੇ ਹੋ, ਤੇ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਘਰ ਦਾ ਸਤਿਕਾਰ ਕਰਕੇ ਰਾਜ ਕਰੋ ਜੀ। ਇਨਕੇ ਸੰਗ ਜੰਗ ਤੁਮ ਠਾਨੋ, ਉਚਿਤ ਨਹੀਂ ਮਨ ਲਖੋ ਵਿਸ਼ੇਸ਼। ਤੇ ਗੁਰੂ ਘਰ ਦੇ ਨਾਲ ਜੇ ਜੰਗ ਕਰਨੀ ਚਾਹੁੰਦੇ ਹੋ, ਦੁਬਾਰਾ ਫਿਰ ਕੋਈ ਪਲਟਾ ਕਰਨਾ ਚਾਹੁੰਦੇ ਹੋ, ਹਮਲਾ, ਤੇ ਕਹਿਣ ਲੱਗੇ ਕਿ ਭਾਈ ਇਹ ਠੀਕ ਨਹੀਂ ਹੈ। ਤਿਨਕੇ ਸੰਗ ਜੰਗ ਤੁਮ ਠਾਨੋ, ਉਚਿਤ ਨਹੀਂ ਜੇ ਲਖੋ ਵਿਸ਼ੇਸ਼। ਇਹ ਧਿਆਨ ਦੇ ਕਰਕੇ, ਵਿਸ਼ੇਸ਼ ਕਰਕੇ ਵਿਚਾਰੋ, ਇਹ ਗੱਲ ਉਚਿਤ ਨਹੀਂ ਹੋਵੇਗੀ ਤੇ ਸਾਡੇ ਵਾਸਤੇ ਫਿਰ ਉਲਟ ਹੋਏਗਾ। ਬਾਜ ਬਾਜ ਕੀ ਕਹਾਂ ਬਾਤ ਥੀ, ਤੁਮ ਕੋ ਪ੍ਰਾਪਤ ਅਨਕ ਮਹੇਸ਼। ਤੇ ਕਹਿਣ ਲੱਗੇ ਬਾਜ ਦੀ ਕੀ ਗੱਲ ਹੈ, हे ਬਾਦਸ਼ਾਹ, ਤੁਹਾਡੇ ਕੋਲ ਕਿਹੜੀ ਬਾਜਾਂ ਦੀ ਘਾਟ ਹੈ? ਇੱਕ ਬਾਦਸ਼ਾਹ ਦੇ ਕੋਲ ਕੀ ਬਾਜਾਂ ਦੀ ਕਮੀ ਹੈ? ਇਹੋ ਜਿਹੇ ਬਾਜ ਤਾਂ ਦੇਖੋ ਪਹਿਲਾਂ ਵੀ ਕਹਿਣ ਲੱਗੇ, ਬਾਜ ਬਾਜ ਕੀ ਕਹਾਂ ਬਾਤ ਥੀ, ਤੁਮ ਕੋ ਪ੍ਰਾਪਤ ਅਨਕ ਹਮੇਸ਼। ਕਈ ਵਾਰ ਤੁਹਾਨੂੰ ਵਿਦੇਸ਼ੀ ਬਾਦਸ਼ਾਹ ਵੱਲੋਂ ਜਾਂ ਰਾਜਿਆਂ ਵੱਲੋਂ ਕਈ ਵਾਰ ਇਹੋ ਜਿਹੀਆਂ ਭੇਟਾਵਾਂ ਆਈਆਂ ਹਨ ਜਿਹੜੀਆਂ ਸਾਡੇ ਕੋਲ ਬਹੁਤ ਹਨ। ਇੱਕ ਬਾਜ ਦੇ ਕਰਕੇ, ਕਈ ਵਾਰੀ ਘੋੜੇ ਦੇ ਕਰਕੇ ਜੰਗ ਕਰਨਾ, ਇਹ ਸਾਡੇ ਵਾਸਤੇ ਠੀਕ ਨਹੀਂ ਹੈ। ਮੈਂ ਵਿਰੋਧ ਕਰਬੋ ਬਨ ਆਵੇ, ਸਮਝੋ
ਹਜ਼ਰਤ ਸੁਮਤ ਅਸ਼ੇਸ਼। ਤੇ ਅਜੇ ਵੀ ਹੈ ਬਾਦਸ਼ਾਹ, ਸਾਡੀ ਗੱਲ ਸਮਝ ਲਵੋ, ਸਾਡੀ ਸਲਾਹ ਮੰਨ ਲਵੋ ਜੀ। ਤੇ ਕਹਿਣ ਲੱਗੇ ਸੁਣ ਕਰ ਸ਼ਾਹੋ ਜਹਾਂ ਹੋਏ। ਕਹਿਣ ਲੱਗੇ ਕਿ ਭਾਈ ਨਹਿ ਵਿਰੋਧ ਕਰਬੋ ਬਨ ਆਵੈ, ਸਮਝੋ ਹਜ਼ਰਤ ਸੁਮਤ ਵਿਸ਼ੇਸ਼। ਸਾਡੀ ਅਗਰ ਸਲਾਹ ਪੁੱਛ ਰਹੇ ਹੋ ਤੇ ਸਾਡੀ ਇਹ ਮੱਤ ਕਹਿ ਰਹੀ ਹੈ ਕਿ ਗੁਰੂ ਘਰ ਦੇ ਨਾਲ ਮੱਥਾ ਜਿਹੜਾ ਲਾਵਾਂਗੇ ਉਹ ਫਿਰ ਬਹੁਤ ਵੱਡਾ ਫਿਰ ਨੁਕਸਾਨਦੇਹ ਹੋਏਗਾ। ਸੁਨ ਕਰ ਸ਼ਾਹ ਜਹਾਂ ਹੋਏ ਤੂਸ਼ਨ, ਹਿਰਦੇ ਵਿਚਾਰ ਤਰਸ ਤਜ ਦੀਨ। ਤੇ ਬਾਦਸ਼ਾਹ ਨੇ ਬੜੇ ਗੌਰ ਦੇ ਨਾਲ ਧਿਆਨ ਦੇ ਨਾਲ ਆਪਣੇ ਜਿਹੜੇ ਸਲਾਹਕਾਰ ਹਨ ਉਹਨਾਂ ਦੀ ਗੱਲ ਸੁਣੀ ਹੈ ਤੇ ਮਨ ਦੇ ਵਿੱਚ ਵਿਚਾਰਿਆ ਹੈ, ਗੱਲ ਦੇ ਬਾਰੇ ਸੋਚਿਆ ਹੈ। ਤੇ ਉਸ ਵੇਲੇ ਕੁਝ ਸਮਾਂ ਬਾਦਸ਼ਾਹ ਚੁੱਪ ਰਿਹਾ ਹੈ ਗੰਭੀਰਤਾ ਦੇ ਨਾਲ। ਕਹਿਣ ਲੱਗੇ ਕਿ ਰਿਸ ਤਜ ਦੀਨ। ਹੁਣ ਬਾਦਸ਼ਾਹ ਨੇ ਜਿਹੜਾ ਮਨ ਦੇ ਵਿੱਚ ਬਹੁਤ ਵੱਡਾ ਗੁੱਸਾ ਆਇਆ ਹੈ ਕਿ ਜਦੋਂ ਬਹੁਤ ਵੱਡੀ ਫੌਜ ਮਾਰੀ ਗਈ ਹੈ ਮੇਰੀ ਤੇ ਜੰਗ ਦੇ ਮੈਦਾਨ ਦੇ ਵਿੱਚ ਜਿੱਤ ਵੀ ਨਹੀਂ ਪ੍ਰਾਪਤ ਹੋਈ, ਸਤਿਗੁਰੂ ਜੀ ਜਿੱਤ ਗਏ ਹਨ ਤੇ ਮੈਂ ਇਸ ਵੇਲੇ ਦਾ ਬਾਦਸ਼ਾਹ ਹਾਂ। ਏਡੀ ਵੱਡੀ ਮੇਰੀ ਫੌਜ ਸੀਗੀ ਤੇ ਸਤਿਗੁਰਾਂ ਨੇ ਫੌਜ ਨੂੰ ਹਰਾ ਦਿੱਤਾ ਹੈ, ਮੈਂ ਹਾਰ ਗਿਆ ਹਾਂ। ਬਾਦਸ਼ਾਹ ਇਹ ਸਾਰਾ ਕੁਝ ਸੁਣਨ ਦੇ ਬਾਵਜੂਦ ਵੀ ਹੁਣ ਚੁੱਪ ਰਿਹਾ ਹੈ ਤੇ ਮਨ ਦੇ ਵਿੱਚ ਜਿਹੜਾ ਬਹੁਤ ਵੱਡਾ ਗੁੱਸਾ ਆਇਆ ਸੀਗਾ ਆਪਣੀ ਫੌਜ ਦੀ ਹਾਰ ਸੁਣ ਕੇ ਤੇ ਮਨ ਦੇ ਵਿੱਚ ਸੀਗਾ ਕਿ ਮੈਂ ਹੁਣ ਬਦਲਾ ਲਵਾਂਗਾ। ਬਾਦਸ਼ਾਹ ਚੁੱਪ ਹੋ ਗਿਆ, ਸ਼ਾਂਤ ਹੋ ਗਿਆ ਹੈ। 300 ਲਰ ਕਰ ਫਤਿਹ ਨਾ ਪ੍ਰਾਪਤ, ਭਈ ਹਾਰ ਰਣ ਪਾਥਲ ਦੀਨਾ। ਤੇ ਮਨ ਦੇ ਵਿੱਚ ਬਾਰ-ਬਾਰ ਵਿਚਾਰਿਆ ਹੈ ਕਿ ਪਹਿਲਾਂ ਵੀ ਸਤਿਗੁਰਾਂ ਦੇ ਨਾਲ ਕਈ ਵਾਰੀ ਜੰਗ ਹੋਇਆ ਹੈ ਤੇ ਸਲਾਹਕਾਰ ਠੀਕ ਹੀ ਆਖਦੇ ਹਨ, ਕਦੇ ਵੀ ਸਾਨੂੰ ਜਿੱਤ ਨਹੀਂ ਪ੍ਰਾਪਤ ਹੋਈ। ਜਦੋਂ ਜਦੋਂ ਸਤਿਗੁਰਾਂ ਦੇ ਨਾਲ ਮੱਥਾ ਲਾਇਆ ਹੈ ਤੇ ਬਹੁਤ ਵੱਡਾ ਨੁਕਸਾਨ ਭਾਵੇਂ ਅਸੀਂ ਚੜ੍ਹ ਕੇ ਗਏ ਸਾਡਾ ਹੀ ਹੋਇਆ ਹੈ। ਕਦੇ ਵੀ ਸਾਨੂੰ ਸਤਿਗੁਰਾਂ ਦੇ ਨਾਲ ਲੜ ਕੇ ਫਤਿਹ ਪ੍ਰਾਪਤ ਨਹੀਂ ਹੋਈ। ਜੰਗ ਦੇ ਮੈਦਾਨ ਦੇ ਵਿੱਚ ਹਮੇਸ਼ਾ ਬਹੁਤ ਵੱਡਾ ਨੁਕਸਾਨ ਹੀ ਹੋਇਆ ਹੈ। ਮਨ ਕਰ ਸੁਧ ਗੁਰੂ ਕੀ ਦਿਸ਼ ਤੇ, ਅਬ ਨਹਿ ਲਰੋ ਭਲੀ ਬਿਦ ਚੀਨਾ। ਤੇ ਕੁਝ ਸਮਾਂ ਸੋਚਣ ਵਿਚਾਰਨ ਤੋਂ ਬਾਅਦ ਬਾਦਸ਼ਾਹ ਚੁੱਪ ਰਿਹਾ ਹੈ ਤੇ ਹੁਣ ਮਨ ਦੇ ਵਿੱਚ ਇਹ ਵਿਚਾਰ ਆਈ ਹੈ ਕਿ ਮੇਰੇ ਸਲਾਹਕਾਰ ਠੀਕ ਹੀ ਕਹਿ ਰਹੇ ਹਨ। ਮੇਰੇ ਜਿਹੜੇ ਵਡੇਰੇ ਪਹਿਲੇ ਬਾਦਸ਼ਾਹ ਹੋਏ ਹਨ ਉਹਨਾਂ ਨੇ ਵੀ ਠੀਕ ਹੀ ਕੀਤਾ ਹੈ। ਗੁਰੂ ਘਰ ਦੇ ਨਾਲ ਮੱਥਾ ਲਾਉਣਾ, ਜੰਗ ਕਰਨਾ ਚੰਗਾ ਨਹੀਂ ਹੈ, ਮੈਨੂੰ ਮੇਰੇ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋ ਸਕਦਾ ਹੈ। ਤੇ ਕਹਿਣ ਲੱਗੇ ਕਿ ਹੁਣ ਮਨ ਦੇ ਵਿੱਚ ਵਿਚਾਰਿਆ ਨਹਿ ਲੜੋ ਭਲੀ ਬਿਦ ਚੀਨ, ਮੈਂ ਹੁਣ ਲੜਾਂਗਾ ਨਹੀਂ, ਮੇਰੇ ਵਾਸਤੇ ਇਹੀ ਗੱਲ ਚੰਗੀ ਹੈ। ਕਿਤ ਕਦੇਰ ਮੈਂ ਕਰਬ ਪਹੁੰਚੋ, ਹਸਨ ਖਾਨ ਦਿਸ਼ ਦੇਖਣ ਕੀਨਾ। ਤੇ ਜਿਹੜਾ ਹਸਨ ਖਾਨ ਜੰਗ ਦੇ ਮੈਦਾਨ ਦੇ ਵਿੱਚੋਂ ਮਾਲਵੇ ਦੀ ਧਰਤੀ ਤੋਂ ਬਚਿਆ ਹੋਇਆ ਕੁਝ ਫੌਜਾਂ ਲੈ ਕਰਕੇ ਵਾਪਸ ਪਹੁੰਚਿਆ ਹੈ ਤੇ ਜਿਹਨੇ ਸਾਰਾ ਜੰਗ ਦੇ ਮੈਦਾਨ ਦਾ ਹਾਲ ਬਾਦਸ਼ਾਹ ਨੂੰ ਸੁਣਾਇਆ ਹੈ ਤੇ ਵਾਰ-ਵਾਰ ਕਹਿ ਰਿਹਾ ਸੀ, ਬੜੀ ਵਾਰ ਅਸੀਂ ਲੱਲਾ ਬੇਗ ਨੂੰ ਸਮਝਾਉਣ ਦਾ ਯਤਨ ਕੀਤਾ, ਜੇ ਉਹ ਸਾਡੀ ਗੱਲ ਮੰਨ ਜਾਂਦਾ ਤੇ ਐਡਾ ਵੱਡਾ ਨੁਕਸਾਨ ਨਹੀਂ ਸੀ ਹੋਣਾ। ਤੇ ਬਾਦਸ਼ਾਹ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਜਦੋਂ ਉਹਨੇ ਗੱਲ ਕੀਤੀ ਹੈ ਹਸਨ ਖਾਨ ਨੇ, ਤੇ ਬਾਦਸ਼ਾਹ ਨੂੰ ਉਹ ਬਹੁਤ ਚੰਗਾ ਲੱਗਾ ਤੇ ਸਿਆਣਾ ਲੱਗਿਆ ਹੈ। ਤੇ ਕਹਿਣ ਲੱਗੇ ਕਿ ਹੁਣ ਕਿਤਕ ਦੇਰ ਮੈਂ ਹੈ ਕਰ ਮੁਖ ਉੱਚੋ, ਹਸਨ ਖਾਨ ਦੇ ਕਦੇਸਤ ਕੀਨ। ਤੇ ਬਾਦਸ਼ਾਹ ਹਸਨ ਖਾਨ ਵਾਲੇ ਪਾਸੇ ਕੁਝ ਸਮਾਂ ਤਾਂ ਸ਼ਾਂਤ ਰਿਹਾ, ਫਿਰ ਉਹਦੇ ਮੁਖ ਵੱਲ ਦੇਖ ਕੇ ਸੋਚਦਾ ਹੈ, ਬਹੁਰਸ ਲਾਪਤ ਖਾਨ ਬਖਾਨੀ, ਸੁਤ ਜੁਤ ਲੱਲਾ ਬੇਗ ਭਾਤਾਤ। ਤੇ ਮਨ ਦੇ ਵਿੱਚ ਬਾਦਸ਼ਾਹ ਨੇ ਵਿਚਾਰਿਆ ਹੈ ਕਿ ਪਹਿਲਾਂ ਕਾਬਲ ਦਾ ਜਿਹੜਾ ਨਵਾਬ ਹੈ, ਸੂਬੇਦਾਰ, ਉਹ ਲੱਲਾ ਬੇਗ ਸੀਗਾ ਜਿਹੜਾ 6ਵੇਂ ਪਾਤਸ਼ਾਹ ਜੀ ਦੇ ਹੱਥੋਂ ਮਾਰਿਆ ਗਿਆ ਹੈ। ਤੇ ਉਹਦੇ ਜਿਹੜੇ 2 ਪੁੱਤਰ ਸਨ ਉਹ ਵੀ ਜੰਗ ਦੇ ਮੈਦਾਨ ਦੇ ਵਿੱਚੋਂ ਵਾਪਸ ਨਹੀਂ ਆਏ, ਉਹ ਵੀ ਮਾਰੇ ਗਏ ਹਨ। ਤੇ ਹੁਣ ਕਾਬਲ ਵਾਲੇ ਪਾਸੇ ਸੂਬੇਦਾਰ ਕੋਈ ਨਹੀਂ ਰਹਿ ਗਿਆ ਤੇ ਹੁਣ ਕਿਸ ਨੂੰ ਸੂਬੇਦਾਰ ਬਣਾਉਣਾ ਚਾਹੀਦਾ ਹੈ? ਬਾਦਸ਼ਾਹ ਮਨ ਦੇ ਵਿੱਚ ਵਿਚਾਰਦਾ ਹੈ, ਅਬ ਕਾਬਲ ਦਿਸ਼ ਸੂਬਾ ਕਰਕੇ, ਪਠੋ ਕਿਸੀ ਕੋ ਸਾਂਭੈ ਜਾਤ। ਹੁਣ ਮੈਂ ਕਾਬਲ ਦਾ ਸੂਬੇਦਾਰ ਕਿਹਨੂੰ ਬਣਾ ਕੇ ਭੇਜਾਂ ਜਿਹੜਾ ਉਸ ਇਲਾਕੇ ਨੂੰ ਸ਼ਾਂਤ ਰੱਖੇ ਤੇ ਚੰਗੀ ਤਰ੍ਹਾਂ ਸਾਂਭ ਸੰਭਾਲ ਕਰੇ ਤੇ ਸੋਹਣੇ ਢੰਗ ਦੇ ਨਾਲ ਉਹ ਇਲਾਕਾ ਚੱਲੇਗਾ। ਦਾਨਸ਼ ਵੰਦ ਬਿਲੰਦ ਪਛਾਨੋ,
ਉਪਪਾਤ। ਤੇ ਜਿਹੜੇ ਸਲਾਹਕਾਰ ਉੱਥੇ ਬੈਠੇ ਸਨ ਉਹਨਾਂ ਨੂੰ ਪੁੱਛਦਾ ਹੈ ਬਾਦਸ਼ਾਹ, ਕਹਿਣ ਲੱਗਾ ਕੋਈ ਸਿਆਣਾ, ਕੋਈ ਦਾਰ, ਕੋਈ ਚੰਗੀ ਸੋਚ ਵਾਲਾ ਇਹੋ ਜਿਹਾ ਕਿਹੜਾ ਅਹਿਲਕਾਰ ਹੈ ਜਿਹਨੂੰ ਆਪਾਂ ਸੂਬੇਦਾਰ ਬਣਾ ਕੇ ਭੇਜੀਏ ਤੇ ਗਾਂ ਇਲਾਕੇ ਦੇ ਵਿੱਚ ਸੁੱਖ ਸ਼ਾਂਤੀ ਵਰਤੀ ਰਹੇ, ਕੋਈ ਵੀ ਝਗੜਾ, ਕੋਈ ਵੀ ਨੁਕਸਾਨ ਸਾਡੀ ਫੌਜ ਦਾ ਨਾ ਹੋਵੇ। ਦੇਹੋ ਸਿਰ ਪਾਓ ਸੁਪੁਰਦ ਕਰੋ ਅਤ, ਉਚਿਤ ਅਨੁਚਿਤ ਵਿਚਾਰੋ ਬਾਤ। ਤੇ ਕਹਿਣ ਲੱਗੇ ਉਹਨੂੰ ਆਪਾਂ ਤਾਜਪੋਸ਼ੀ ਕਰਕੇ, ਉਹਨੂੰ ਸਿਰੋਪਾਓ ਦੇ ਕਰਕੇ, ਜ਼ਿੰਮੇਵਾਰੀ ਦੇ ਕਰਕੇ ਉਹਦੇ ਸਪੁਰਦ ਇਹ ਜਿਹੜਾ ਕਾਬਲ ਦਾ ਰਾਜ ਹੈ ਉਹ ਕਰੀਏ। ਤੇ ਉਚਿਤ ਤੇ ਅਨੁਚਿਤ ਜਿਹੜੇ ਆਪਣੇ ਸਲਾਹਕਾਰ ਬੈਠੇ ਹਨ ਉਹਨਾਂ ਨੂੰ ਪੁੱਛਦਾ ਤੁਸੀਂ ਵਿਚਾਰੋ ਜੀ। ਸਤਿਗੁਰ ਮਨ ਫੇਰਿਓ ਤਿਸ ਛਿਨ, ਮੈਂ ਹਸਨ ਖਾਨ ਕੋ ਪਿਖਤ ਸੁਨਾਏ। ਤੇ ਕਿਉਂਕਿ ਜਿਹੜਾ ਹਸਨ ਖਾਂ ਆਪਣੀ ਫੌਜ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ ਤੇ 6ਵੇਂ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਗਿਆ ਹੈ, ਪਨਾਹ ਮਿਲੀ ਤੇ ਗਰੀਬ ਨਿਵਾਜ ਸਤਿਗੁਰਾਂ ਦੇ ਕੋਲ ਰਿਹਾ ਤੇ ਪਾਤਸ਼ਾਹ ਜੀ ਨੇ ਆਸ਼ੀਰਵਾਦ ਬਖਸ਼ਿਆ ਸੀਗਾ, ਤੇਰੀ ਭਾਵਨਾ ਪੂਰੀ ਹੋਏਗੀ ਔਰ ਜਿਹੜੀ ਉਹਦੀ ਇੱਛਾ ਸੀਗੀ ਉਹਦੇ ਮੁਤਾਬਕ ਤੈਨੂੰ ਕਾਬਲ ਦਾ ਰਾਜ, ਤੈਨੂੰ ਉੱਥੋਂ ਦੀ ਨਵਾਬੀ ਜਿਹੜੀ ਹੈ ਉਹ ਮਿਲੇਗੀ। ਹੁਣ ਇਸੇ ਤਰ੍ਹਾਂ ਉੱਥੇ ਜਦੋਂ ਸਲਾਹ ਹੋਈ ਹੈ, ਬਾਦਸ਼ਾਹ ਨੇ ਪੁੱਛਿਆ ਹੈ ਤੇ ਉਸ ਵੇਲੇ ਫਿਰ ਬਾਦਸ਼ਾਹ ਨੇ ਭਰੀ ਜਿਹੜੀ ਸਭਾ ਹੈ ਉਹਦੇ ਵਿੱਚ ਹਸਨ ਖਾਨ ਜਿਹੜਾ ਦੂਤ ਆਇਆ ਹੈ ਜਿਹਨੇ ਬਾਦਸ਼ਾਹ ਨੂੰ ਕੁਝ ਚੰਗੀਆਂ ਗੱਲਾਂ ਦੱਸੀਆਂ ਔਰ ਬਾਦਸ਼ਾਹ ਵਾਰ-ਵਾਰ ਜਦੋਂ ਉਹਦੇ ਪਾਸੇ ਦੇਖਦਾ ਹੈ ਤੇ ਮਨ ਦੇ ਵਿੱਚ ਵਿਚਾਰ ਆਇਆ ਕਿ ਹਸਨ ਖਾਨ ਨੂੰ ਹੀ ਨਿਯੁਕਤ ਕਰ ਦੇਣਾ ਚਾਹੀਦਾ ਹੈ। ਆਸ਼ੀ ਬਾਤ ਬਖਾਨੀ ਦਾਨਸ਼ਵੰਦ ਬਿਲੰਦ ਲਖਾਏ। ਇਹਨੇ ਚੰਗੀਆਂ ਗੱਲਾਂ ਕੀਤੀਆਂ ਹਨ, ਸਿਆਣਾ ਹੈ ਤੇ ਸੋਹਣੇ ਢੰਗ ਦੇ ਨਾਲ ਇਹ ਕਾਬਲ ਦਾ ਕੰਮ ਜਿਹੜਾ ਉਹ ਸੰਭਾਲੇਗਾ, ਚਲਾਏਗਾ। ਇਸ ਕਰਕੇ ਕਹਿਣ ਲੱਗਾ ਕਿ ਭਾਈ ਮੈਨੂੰ ਤਾਂ ਆਹ ਜਿਹੜਾ ਪੁਰਸ਼ ਹੈ ਇਹ ਚੰਗਾ ਲੱਗਿਆ, ਇਹਦੀ ਸੋਚ ਉੱਚੀ ਹੈ, ਬਹੁਤ ਤੇਜ਼ ਹੈ। ਸਿਰ ਪਾਓ ਦੇ ਤਿਤ ਕੋ ਭੇਜੋ ਇਸ ਪ੍ਰਕਾਰ, ਮੇਰੇ ਮਨ ਆਏ। ਤੇ ਆਪਣੇ ਸਲਾਹਕਾਰਾਂ ਨੂੰ ਬਾਦਸ਼ਾਹ ਨੇ ਆਖਿਆ ਕਿ ਇਹਨੂੰ ਜ਼ਿੰਮੇਵਾਰੀ ਸੌਂਪ ਕੇ ਇਹਨੂੰ ਕਾਬਲ ਦਾ ਸੂਬੇਦਾਰ ਬਣਾ ਕੇ ਭੇਜ ਦਈਏ ਤੇ ਇਹ ਮੇਰੇ ਮਨ ਦੇ ਵਿੱਚ ਬਾਦਸ਼ਾਹ ਨੇ ਕਿਹਾ ਇਹ ਇੱਛਾ ਹੈ। ਸੁਨਤ ਵਜ਼ੀਰ ਖਾਨ ਕਹਿ ਆਸ਼ੀ, ਮਨ ਸਭ ਦੇ ਕਰ ਦੇਹ ਪਠਾਏ। ਤੇ ਇਹ ਗੱਲ ਸੁਣ ਕੇ ਜਿਹੜਾ ਕੋਲ ਬੈਠਾ ਵਜ਼ੀਰ ਖਾਂ ਹੈ ਕਹਿਣ ਲੱਗਾ ਬਾਦਸ਼ਾਹ ਇਹ ਤੁਸੀਂ ਚੰਗੀ ਗੱਲ ਕੀਤੀ ਹੈ, ਮੇਰੇ ਮਨ ਦੇ ਵਿੱਚ ਵੀ ਇਹੀ ਆ ਰਿਹਾ ਸੀਗਾ, ਇਹਨੂੰ ਜ਼ਿੰਮੇਵਾਰੀ ਦੇ ਕਰਕੇ ਭੇਜ ਦਵੋ ਜੀ। ਦੋਹਰਾ ਸੁਨਤ ਸਲਾਬਤ ਖਾਨ ਤਬ ਉਚਿਤ ਕਰੀ ਤਤਕਾਲ। ਤੇ ਉਸੇ ਵੇਲੇ ਫਿਰ ਸਲਾਬਤ ਖਾਨ ਜਿਹੜਾ ਹੈ, ਸੁਨ ਸਲਾਬਤ ਖਾਨ ਤਬ ਉਚਿਤ ਕਰੀ ਤਤਕਾਲ, ਜਿਸ ਤਰ੍ਹਾਂ ਉਹਨੂੰ ਠੀਕ ਲੱਗਾ, ਜਿਸ ਤਰ੍ਹਾਂ ਬਾਦਸ਼ਾਹ ਦਾ ਹੁਕਮ ਹੋਇਆ ਉਸੇ ਮੁਤਾਬਕ ਸਾਰਾ ਕੁਝ ਕੀਤਾ ਗਿਆ ਹੈ। ਕਾਬਲ ਕੋ ਸੂਬਾ ਭਇਓ ਲੈ ਦਲ ਗਇਓ ਵਿਸਾਲ। ਔਰ ਹੁਣ ਇਹਨੂੰ ਉੱਥੇ ਨਿਵਾਜਿਆ ਗਿਆ, ਇਹਨੂੰ ਸੂਬੇਦਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ। ਤੇ 6ਵੇਂ ਪਾਤਸ਼ਾਹ ਜੀ ਨੇ ਜਿਹੜਾ ਵਚਨ ਕੀਤਾ ਸੀਗਾ ਕਿ ਇਹ ਹਸਨ ਖਾਂ ਤੇਰੀ ਜਿਹੜੀ ਮਨ ਦੀ ਇੱਛਾ ਪੂਰੀ ਹੋਵੇਗੀ, ਉਹ ਵਚਨ ਅਟਲ ਹੋਇਆ, ਸੱਚ ਹੋਇਆ ਹੈ। ਤੇ ਬਾਦਸ਼ਾਹ ਨੇ ਹੱਥੀਂ ਇਹਦੀ ਤਾਜਪੋਸ਼ੀ ਕਰਕੇ ਇਹਨੂੰ ਸੂਬੇਦਾਰ ਬਣਾ ਕਰਕੇ ਉੱਥੋਂ ਭੇਜਿਆ ਹੈ। ਸ੍ਰੀ ਸਤਿਗੁਰ ਕੀ ਕਿਰਪਾ ਤੇ ਪਾਏ ਸਮਾਜ ਵਿਸਾਲ। ਔਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਫਿਰ ਇਹਨੂੰ ਇਹ ਜਿਹੜੀ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਵੱਡੀ ਜਿਹੜੀ ਫੌਜ ਹੈ ਉਸ ਨੂੰ ਤਿਆਰ ਕਰਕੇ ਇਹਦੇ ਨਾਲ ਇਹਦੇ ਹਵਾਲੇ ਕੀਤਾ ਗਿਆ, ਨਾਲ ਭੇਜਿਆ ਗਿਆ ਹੈ। ਹਸਨ ਖਾਨ ਸੂਬਾ ਭਇਓ ਸ਼ਰਨ ਪਰੇ ਸੋ ਨਿਹਾਲ। ਤੇ ਜਿਹੜਾ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੈ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਨੀਵਾਂ ਹੋ ਕੇ ਆਇਆ ਹੈ, ਉਹਨੇ ਫਿਰ ਬਖਸ਼ਾਂ ਪ੍ਰਾਪਤ ਕੀਤੀਆਂ ਹੀ ਹਨ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਪਾਤਸ਼ਾਹ ਜੀ ਨੇ ਬਚਨ ਕੀਤੇ ਸਨ, ਹਸਨ ਖਾਨ ਸੂਬਾ ਭਇਓ ਸਰਨ ਭਰੇ ਸੋ ਨਿਹਾਲ। ਹਸਨ ਖਾਨ ਸੂਬੇਦਾਰ ਬਣ ਗਿਆ ਹੈ ਤੇ ਗੁਰੂ ਦੇ ਸ਼ਰਨ ਦੇ ਵਿੱਚ ਪਿਆ ਸੀਗਾ, ਜਿਹਦੇ ਕਰਕੇ ਭਾਵਨਾ ਪੂਰੀ ਹੋਈ, ਨਿਹਾਲ ਹੋ ਗਿਆ ਹੈ। ਦੋਹਰਾ ਸ਼ਾਹ ਜਹਾਂ ਸੁਨ ਸਮਤ ਕੋ ਖਾਂ ਵਜ਼ੀਰ ਕੇ ਪਾਸ।
ਤੇ ਕਹਿਣ ਲੱਗੇ ਹੁਣ ਬਾਦਸ਼ਾਹ ਜਿਹੜਾ ਸ਼ਾਹਜਹਾਨ ਹੈ ਉਹ ਵਜ਼ੀਰ ਖਾਨ ਦੀ ਚੰਗੀ ਸਲਾਹ ਸੁਣ ਕਰਕੇ ਬਹੁਤ ਪ੍ਰਸੰਨ ਹੋਇਆ ਹੈ ਤੇ ਉਹਨੇ ਆਪਣੇ ਮਨ ਦੇ ਵਿੱਚੋਂ ਜਿਹੜਾ ਵਿਰੋਧ ਹੈ ਗੁਰੂ ਘਰ ਦੇ ਨਾਲ, ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵਜ਼ੀਰ ਖਾਨ ਦੇ ਕਹਿਣ ਤੇ, ਸਲਾਹਕਾਰਾਂ ਦੇ ਕਹਿਣ ਤੇ ਛੱਡ ਦਿੱਤਾ ਹੈ। ਆਨਿਓ ਨਹੀਂ ਵਿਰੋਧ ਕੋ ਸ਼ਾਂਤੀ ਹਿਰਦੇ ਪ੍ਰਕਾਸ਼। ਆਪਣੇ ਮਨ ਦੇ ਵਿੱਚ ਵਿਰੋਧ ਹੁਣ ਰੱਖਿਆ ਨਹੀਂ ਹੈ ਤੇ ਮਨ ਦੇ ਵਿੱਚ ਸ਼ਾਂਤੀ ਰੱਖ ਲਈ ਹੈ, ਸ਼ਾਂਤੀ ਆ ਗਈ ਹੈ। ਕਈ ਤਰ੍ਹਾਂ ਦੀਆਂ ਵੱਡੇ ਬਾਦਸ਼ਾਹ ਦੀਆਂ ਉਦਾਹਰਨਾਂ ਸੁਣ ਕਰਕੇ ਤੇ ਮਨ ਦੇ ਵਿੱਚ ਇਹ ਸੰਕਲਪ ਕਰ ਲਿਆ ਹੈ ਅੱਗੇ ਤੋਂ ਮੈਂ ਗੁਰੂ ਘਰ ਦੇ ਨਾਲ, ਛੇਵੇਂ ਪਾਤਸ਼ਾਹ ਜੀ ਨਾਲ ਕਦੇ ਮੱਥਾ ਨਹੀਂ ਲਾਵਾਂਗਾ ਔਰ ਮੈਂ ਹਮੇਸ਼ਾ ਉਹਨਾਂ ਦੇ ਪ੍ਰਤੀ ਸਤਿਕਾਰ ਰੱਖਾਂਗਾ। ਸਵਈਆ ਸ਼ਬਦ ਜਿਸ ਹਿਤ ਲਸ਼ਕਰ ਪਠਿਓ ਮਰਾਇਓ, ਸੋ ਮੁੱਲ ਬਾਗ ਮਰਿਓ ਰਣ ਮਾਹੇ। ਤੇ ਮਨ ਦੇ ਵਿੱਚ ਇਹ ਵੀ ਗੱਲ ਸੋਚੀ ਹੈ ਕਿ 2 ਘੋੜੇ ਜਿਹੜੇ ਛੇਵੇਂ ਪਾਤਸ਼ਾਹ ਜੀ ਦੇ ਸੇਵਕ ਬਾਬਾ ਵਿਧੀ ਚੰਦ ਜੀ ਲੈ ਕੇ ਗਏ ਸਨ ਤੇ ਖਬਰ ਮਿਲੀ ਹੈ ਜਿਹਦੇ ਵਾਸਤੇ ਬਹੁਤ ਵੱਡਾ ਜੰਗ ਹੋਇਆ ਹੈ ਤੇ ਸੈਨਾ ਭੇਜੀ ਗਈ ਸੀਗੀ, ਜਿਸ ਹਿਤ ਲਸ਼ਕਰ ਪਠਿਓ ਮਰਾਇਓ, ਜਿਹਦੇ ਕਰਕੇ ਵੱਡਾ 35,000 ਦਾ ਲਸ਼ਕਰ ਮੈਂ ਭੇਜਿਆ ਤੇ ਮਾਰਿਆ ਗਿਆ। ਸੋ ਕੁਲ ਬਾਗ ਮਰਿਓ ਰਣ ਮਾਹੇ, ਉਹ ਜਿਹੜਾ ਕੀਮਤੀ ਘੋੜਾ ਹੈ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਹੈ। ਕਾਲੇ ਭਰੀ ਪਾਉਨ ਕੀ ਸਮ ਇਹ, ਮੋਟ ਹੋਤ ਤਉ ਮਰ ਜਾਏ। ਤੇ ਮਨ ਦੇ ਵਿੱਚ ਵਿਚਾਰਦਾ ਹੈ ਕਿ ਘੋੜਿਆਂ ਦੀ ਕਿਹੜੀ ਗੱਲ ਹੈ, ਇਹ ਤਾਂ ਚਮੜੀ ਦੇ ਵਿੱਚ ਹਵਾ ਭਰੀ ਹੋਈ ਹੈ, ਚਮਨ ਦੇ ਵਿੱਚ ਕਿਸੇ ਦਾ ਕੋਈ ਭਰੋਸਾ ਨਹੀਂ ਕਿੱਥੇ ਨਿਕਲ ਜਾਵੇ, ਕਦੋਂ ਜਿਹੜਾ ਸਰੀਰ ਹੈ ਇਹ ਖਤਮ ਹੋ ਜਾਣਾ ਹੈ, ਭਰੋਸਾ ਨਹੀਂ ਹੈ, ਇੱਕ ਜਾਨਵਰ ਹੀ ਹੈ। ਇਸ ਕਰਕੇ ਮੈਨੂੰ ਘੋੜਿਆਂ ਬਾਰੇ ਜਿਹੜੀ ਵਿਚਾਰ ਹੈ ਉਹ ਮਨ ਦੇ ਵਿੱਚੋਂ ਛੱਡ ਦੇਣੀ ਚਾਹੀਦੀ ਹੈ। ਖਰਚ ਵਿਸਾਲ ਲਾਭ ਲਗੂ ਜਿਹੇ ਥਲ, ਸੋ ਕਾਰਜ ਬੁੱਧ ਕਰਦੇ ਨਾਹੀ। ਤੇ ਜਿਹਦੇ ਵਿੱਚ ਨੁਕਸਾਨ ਵੱਧ ਹੋਵੇ ਤੇ ਲਾਭ ਘੱਟ ਹੋਵੇ ਜਾਂ ਲਾਭ ਨਾ ਹੋਵੇ, ਉਹ ਕਾਰਜ ਸਿਆਣੇ ਪੁਰਸ਼ ਨੂੰ ਕਦੇ ਨਹੀਂ ਕਰਨਾ ਚਾਹੀਦਾ। ਪਹਿਲਾਂ ਵੀ ਬਾਜ ਦੇ ਕਰਕੇ ਬਹੁਤ ਵੱਡੀ ਸੈਨਾ ਜਿਹੜੀ ਹੈ ਖਤਮ ਹੋ ਗਈ ਔਰ ਹੁਣ ਘੋੜਿਆਂ ਦੇ ਕਰਕੇ ਜਿਹੜੀ ਮੇਰੀ ਵੱਡੀ ਸੈਨਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਮਾਰੀ ਗਈ ਹੈ। ਛੋਟੀਆਂ ਛੋਟੀਆਂ ਗੱਲਾਂ ਦੇ ਕਰਕੇ ਬਹੁਤ ਵੱਡਾ ਮੇਰਾ ਨੁਕਸਾਨ ਹੋਇਆ ਹੈ। ਇਸ ਕਰਕੇ ਗੁਰੂ ਘਰ ਦੇ ਪ੍ਰਤੀ ਨਿਮਰਤਾ ਜਿਹੜੀ ਰੱਖਣੀ ਹੈ ਉਹੀ ਠੀਕ ਹੈ, ਇਹੀ ਹੁਣ ਮੈਨੂੰ ਸ਼ੋਭਦਾ ਹੈ। ਕਿਆ ਕੁਛ ਬਾਤ ਬਾਜ ਕੇ ਕਾਰਨ, ਲਸ਼ਕਰ ਮਰਿਓ ਹਿਤੋ ਰਣ ਮਾਹੇ। ਤੇ ਕਹਿਣ ਲੱਗੇ ਇਹ ਕਿਹੜੀ ਵੱਡੀ ਗੱਲ ਹੈ, ਇਹ ਘੋੜਿਆਂ ਦੀ ਤੇ ਬਾਜਾਂ ਦੀ, ਜਿਹਦੇ ਕਰਕੇ ਮੈਂ ਬੇਸਮਝੀ ਦੇ ਵਿੱਚ ਵੱਡਾ ਲਸ਼ਕਰ ਭੇਜਿਆ ਤੇ ਮਾਰਿਆ ਗਿਆ ਹੈ। ਤੇ ਕਹਿਣ ਲੱਗੇ ਇਹ ਮੇਰੇ ਵਾਸਤੇ ਚੰਗਾ ਨਹੀਂ ਹੈ। ਬਾਦਸ਼ਾਹ ਨੇ ਮਨ ਦੇ ਵਿੱਚ ਕਈ ਵਾਰ ਇਹ ਗੱਲ ਵਿਚਾਰੀ ਹੈ ਤੇ ਹੁਣ ਸਮਝ ਲਿਆ ਹੈ। ਇਤਿਆਦਿਕ ਬਹੁਰ ਦੇ ਵਿਚਾਰੀ, ਬੈਰ ਵਿਸਾਰਿਓ ਸ੍ਰੀ ਗੁਰ ਸੰਗ। ਤੇ ਬੜਾ ਕੁਛ ਇਸ ਤਰ੍ਹਾਂ ਵਿਚਾਰਦਿਆਂ ਹੋਇਆਂ ਆਪਣੇ ਸਲਾਹਕਾਰਾਂ ਤੋਂ ਰਾਏ ਲੈ ਕਰਕੇ ਮਨ ਦੇ ਵਿੱਚੋਂ ਇਹ ਖਿਆਲ ਅਗਾਂਹ ਤੋਂ ਜੰਗ ਕਰਨ ਵਾਲਾ ਕੱਢ ਦਿੱਤਾ ਹੈ। ਇਤ ਸ੍ਰੀ ਹਰਗੋਬਿੰਦ ਤਿਸ ਸਰ ਪਰ, ਡੇਰਾ ਰੱਖਿਓ ਜੀਤ ਕੈ ਜੰਗ। ਤੇ ਉਧਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਖੁਦ ਵੀ ਲੜੇ, ਬਹੁਤ ਬਹਾਦਰ ਯੋਧੇ ਵੀ ਨਾਲ ਲੜੇ ਹਨ ਤੇ ਫਤਿਹ ਪ੍ਰਾਪਤ ਹੋਈ ਹੈ, ਪਰ ਅਜੇ ਵੀ ਉੱਥੇ ਮੌਜੂਦ ਹਨ ਕਿ ਬਾਦਸ਼ਾਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਮਾਂ ਰੁਕ ਕੇ ਦੇਖ ਲੈਣਾ ਚਾਹੀਦਾ ਹੈ ਕਿ ਉਹਨਾਂ ਦੀ ਅਗਲੀ ਜਿਹੜੀ ਰਣਨੀਤੀ ਹੈ ਕੀ ਹੋਏਗੀ। ਇਸ ਕਰਕੇ ਇੱਧਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਜਿੱਤਣ ਤੋਂ ਬਾਅਦ ਅਜੇ ਵੀ ਜਿਹੜਾ ਤਲਾਬ ਹੈ ਜਿੱਥੇ ਬਹੁਤ ਵੱਡਾ ਜੰਗ ਪਹਿਲਾਂ ਹੋਇਆ ਹੈ, ਉੱਥੇ ਹੀ ਸਤਿਗੁਰਾਂ ਨੇ ਅਜੇ ਜਿਹੜਾ ਦਲ ਹੈ ਉਹ ਠਹਿਰਿਆ ਹੋਇਆ ਹੈ, ਪੜਾਅ ਉੱਥੇ ਰੱਖਿਆ ਹੈ। ਇਤ ਸ੍ਰੀ ਹਰਗੋਬਿੰਦ ਤਿਸ ਸਰ ਪਰ, ਡੇਰਾ ਰੱਖਿਓ ਜੀਤ ਕੈ ਜੰਗ। ਕਈ ਦਿਨ ਹੋ ਗਏ ਹਨ, ਪਾਤਸ਼ਾਹ ਜੀ ਇੱਥੇ ਅਜੇ ਵੀ ਹਨ। ਤਹਾਂ ਦਮਦਮਾ ਕਰਕੇ ਸੁੰਦਰ, ਬੈਠ ਸਭਾ ਲਗਾਏ ਉਤੰਗ। ਔਰ ਉੱਥੇ ਫਿਰ ਇੱਕ ਦਮਦਮਾ ਜਿਹੜੀ ਉਹ ਜਗ੍ਹਾ ਹੈ ਉਹਦਾ ਨਾਮ ਰੱਖਿਆ ਗਿਆ ਤੇ ਕਹਿਣ ਲੱਗੇ ਬੜੀ ਸੁੰਦਰ ਰਮਣੀਕ ਜਗ੍ਹਾ, ਬੈਠਤ ਸਭਾ ਲਗਾਏ ਉਤੰਗ। ਉੱਥੇ ਫਿਰ ਦੀਵਾਨ ਸੱਜਣ ਲੱਗ ਪਏ
ਤੇ ਸਤਿਗੁਰੂ ਜੀ ਜਿੱਥੇ ਜਾ ਕੇ ਬੈਠ ਗਏ, ਭਾਵੇਂ ਉਹ ਉਜੜੀ ਹੋਈ ਜਗ੍ਹਾ ਸੀਗੀ, ਭਾਵੇਂ ਉਹ ਜੰਗਲੀ ਇਲਾਕਾ ਸੀਗਾ, ਦੂਰ ਦੂਰ ਤੱਕ ਸਾਰਾ ਖਾਲੀ ਪਿਆ ਹੋਇਆ ਸੀਗਾ, ਪਰ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਫਿਰ ਪਾਤਸ਼ਾਹ ਜੀ ਬੈਠ ਗਏ, ਉਸ ਜਗ੍ਹਾ 'ਤੇ ਮੰਗਲ ਲੱਗ ਗਏ। ਬੇਅੰਤ ਸੰਗਤ ਨੇੜਲੇ ਇਲਾਕਿਆਂ ਦੇ ਵਿੱਚੋਂ ਆਉਂਦੀ ਹੈ, ਝੁਕਦੀ ਹੈ, ਅਤੇ ਉਹ ਜਗ੍ਹਾ ਸੁਹਾਵਣੀ ਹੋ ਗਈ, ਭਾਗਾਂ ਵਾਲੀ ਹੋ ਗਈ ਹੈ। ਅਤੇ ਉਸ ਜਗ੍ਹਾ ਦੇ ਦਰਸ਼ਨ ਗੁਰੂ ਕੇ ਚਰਨਾਂ ਦੇ ਵਿੱਚ ਵੱਡੀ ਗਿਣਤੀ 'ਚ ਸੰਗਤ ਆ ਰਹੀ ਹੈ, ਅਤੇ ਨਾਲੇ ਤਾਂ ਜੰਗ ਦਾ ਮੈਦਾਨ ਦੇਖਦੀ ਹੈ, ਨਾਲੇ ਸਤਿਗੁਰਾਂ ਦੇ ਦਰਸ਼ਨ ਕਰਕੇ ਲੋਕ ਨਿਹਾਲ ਹੋ ਰਹੇ ਹਨ। ਜੰਗਲ ਦੇਸ਼ ਸੰਗਤੀ ਆਵੈ, ਦਰਸ਼ਨ ਕਰੈ ਆਨੰਦਤ ਆਗ। ਔਰ ਛੇਵੇਂ ਪਾਤਸ਼ਾਹ ਜੀ ਦੇ ਸਾਹਮਣੇ ਦੀਦਾਰ ਕਰਦੇ ਹਨ, ਵੱਡੀ ਗਿਣਤੀ ਦੇ ਵਿੱਚ ਆ ਕੇ ਆਨੰਦਿਤ ਹੋ ਜਾਂਦੇ ਹਨ। ਸੰਗਤ ਦੇ ਮਨ ਦੇ ਵਿੱਚ ਇੱਕ ਬਹੁਤ ਗਹਿਰੀ ਚਿੰਤਾ ਸੀਗੀ, ਕੀ ਬਣੇਗਾ? ਸੁਣਿਆ ਐਡਾ ਵੱਡਾ ਦਲ ਚੜ੍ਹ ਕੇ ਆ ਗਿਆ ਹੈ ਛੇਵੇਂ ਪਾਤਸ਼ਾਹ ਜੀ ਨਾਲ ਯੁੱਧ ਕਰਨ ਵਾਸਤੇ, ਪਰ ਜਿਉਂ ਹੀ ਖਬਰ ਮਿਲੀ ਹੈ ਜਿੱਤ ਦੇ ਨਗਾਰੇ ਵੱਜੇ ਸਨ, ਸੰਗਤ ਵੱਡੀ ਗਿਣਤੀ ਦੇ ਵਿੱਚ ਆ ਕੇ ਆਨੰਦਿਤ ਹੋ ਰਹੀ ਹੈ। ਜਥਾ ਸ਼ਬਦ ਦੇ ਅਨੇਕ ਪ੍ਰਕਾਰਨ, ਆਏ ਆਏ ਗੁਰ ਕੋ ਦਰਸੰਤ। ਤੇ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤ ਲੈ ਕੇ ਆ ਰਹੀ ਹੈ, ਹਾਜ਼ਰੀਆਂ ਭਰ ਰਹੀ ਹੈ, ਤੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪ੍ਰਾਪਤ ਕਰਕੇ ਨਿਹਾਲ ਹੁੰਦੀ ਹੈ। ਸੁਨ ਕਰ ਪਿਖ ਥਲ ਮਰੇ ਤਰੰਗ ਨਰ, ਸਭ ਕੇ ਔਰ ਹਵੇ ਅਚਰਜਵੰਤ। ਤੇ ਸੰਗਤ ਜਦੋਂ ਸੁਣਦੀ ਹੈ ਕਿ ਇਤਨੀ ਕੋ ਫੌਜ ਨੇ ਇੰਨੀ ਵੱਡੀ ਬਾਦਸ਼ਾਹੀ ਜਿਹੜੀ ਸੈਨਾ ਹੈ ਉਹਨੂੰ ਹਰਾ ਕੇ ਭੇਜ ਦਿੱਤਾ ਹੈ, ਸਾਰੇ ਜਰਨੈਲ ਮਾਰ ਦਿੱਤੇ ਹਨ, ਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਆਉਂਦੀ ਹੈ, ਤੇ ਆ ਕੇ ਜਿਸ ਤਰ੍ਹਾਂ ਸੁਣਿਆ ਹੈ ਉਸੇ ਤਰ੍ਹਾਂ ਆ ਕੇ ਦੇਖਦੀ ਹੈ ਕਿ ਇਸ ਜੰਗ ਦੇ ਮੈਦਾਨ ਦੇ ਵਿੱਚ ਇਸ ਧਰਤੀ 'ਤੇ ਸਤਿਗੁਰਾਂ ਨੇ ਕਿਸ ਤਰ੍ਹਾਂ ਐਡਾ ਤਗੜਾ ਮੁਕਾਬਲਾ ਕੀਤਾ ਹੈ। ਔਰ ਸੰਗਤ ਜਿਹੜੇ ਪਾਤਸ਼ਾਹ ਜੀ ਦੇ ਘੋੜੇ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਘੋੜਾ ਜਿਹਦੇ 'ਤੇ ਸਤਿਗੁਰੂ ਜੀ ਸਵਾਰੀ ਕਰਦੇ ਹਨ, ਉਹ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਹੈ। ਔਰ ਇਸੇ ਤਰ੍ਹਾਂ ਸਤਿਗੁਰਾਂ ਦਾ ਜਰਨੈਲ ਭਾਈ ਜੇਠਾ ਜੀ ਔਰ ਅਨੇਕਾਂ ਸਿੱਖ 1200 ਦੇ ਕਰੀਬ ਇੱਥੇ ਹੋਰ ਸਿੱਖ ਸ਼ਹੀਦ ਹੋਇਆ ਹੈ। ਅਤੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤ ਆਉਂਦੀ ਹੈ, ਔਰ ਗੁਰੂ ਘਰ ਦਾ ਵੀ ਜਿਹੜਾ ਇਹ ਨੁਕਸਾਨ ਹੋਇਆ ਹੈ ਉਹਦੇ ਬਾਰੇ ਵਿਚਾਰ ਕਰਦੀ ਹੈ। ਔਰ ਫਿਰ ਇੰਨੇ ਦਲ ਨੇ ਏਡੀ ਵੱਡੀ ਸੈਨਾ ਮਾਰ ਦਿੱਤੀ, ਖਤਮ ਕਰ ਦਿੱਤੀ, ਏਡੇ ਵੱਡੇ ਬਹਾਦਰ ਜਿਹੜੇ ਜਰਨੈਲ ਚੜ੍ਹ ਕੇ ਆਏ ਸਨ, ਉਹ ਸਾਰਾ ਕੁਛ ਜੰਗ ਦੇ ਮੈਦਾਨ ਨੂੰ ਦੇਖ ਕੇ ਸੰਗਤ ਹੈਰਾਨ ਵੀ ਹੁੰਦੀ ਹੈ। ਕਹਿ ਪਰਸਪਰ ਸੁਨ ਸੁਨ ਜਿਤ ਕਿਤ, ਗੁਰ ਜਸ ਉਜਲ ਕੋ ਜਰੰਤ। ਤੇ ਸੰਗਤ ਆ ਕਰਕੇ ਦੇਖ ਕੇ ਤੇ ਸੁਣ ਕੇ ਤੇ ਫਿਰ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਦੱਸਦੇ ਹਨ ਕਿ ਛੇਵੇਂ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਉਸ ਇਲਾਕੇ ਦੇ ਵਿੱਚ ਸੋਹਣੀ ਮੋਰਚਾਬੰਦੀ ਕਰਕੇ ਤੇ ਬਹੁਤ ਵੱਡਾ ਜਿਹੜਾ ਹੰਕਾਰਿਆ ਹੋਇਆ ਦਲ ਸੀਗਾ ਉਹਨੂੰ ਕਿਵੇਂ ਮਿੱਟੀ ਦੇ ਵਿੱਚ ਮਿਲਾਇਆ, ਤੇ ਗੁਰੂ ਕਾ ਜਿਹੜਾ ਜਸ ਹੈ, ਵਡਿਆਈ ਹੈ, ਦੂਰ ਤੱਕ ਇਲਾਕਿਆਂ ਦੇ ਵਿੱਚ ਸੰਗਤ ਦੇ ਰਾਹੀਂ ਹੋ ਰਹੀ ਹੈ। ਕਹੋ ਆਜ ਹੈ ਕੌਣ ਧਰਾਤਲ, ਸ਼ਾਹ ਸੰਗ ਜੋ ਲਰਤ ਜਹੰਤ। ਔਰ ਆਪਸ ਦੇ ਵਿੱਚ ਵਿਚਾਰਾਂ ਕਰਦੇ ਹਨ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕੌਣ ਲੜ ਕੇ ਜਿੱਤ ਪ੍ਰਾਪਤ ਕਰ ਸਕਦਾ ਹੈ। ਇਸ ਦੇਸ਼ ਦਾ ਬਾਦਸ਼ਾਹ ਸ਼ਾਹਜਹਾਨ, ਉਸ ਤੋਂ ਵੱਡੀ ਤਾਂ ਕੋਈ ਸ਼ਕਤੀ ਨਹੀਂ ਹੋ ਸਕਦੀ। ਜੇ ਉਹ ਵੀ 3 ਵਾਰੀ ਲੜਿਆ ਹੈ, ਉਹਦੀ ਫੌਜ ਤੇ ਹਾਰ ਦਾ ਮੂੰਹ ਦੇਖਣਾ ਪਿਆ ਹੈ, ਉਹ ਵੀ ਜਿੱਤ ਨਹੀਂ ਸਕਿਆ। ਤੇ ਕਹਿਣ ਲੱਗੇ ਕੌਣ ਛੇਵੇਂ ਸਤਿਗੁਰਾਂ ਦੇ ਨਾਲ ਲੜ ਸਕਦਾ ਹੈ ਤੇ ਕੌਣ ਉਹਨਾਂ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੋਭਾ ਵਡਿਆਈ ਬਹੁਤ ਵੱਡੀ ਹੈ। ਬਿਨਾ ਦੁਰਗ ਗਿਰ ਕਰੈ ਅਗਾਰੀ, ਰਣ ਕਰ ਦੇਸ਼ਾ ਕੋ ਹਾਰ। ਔਰ ਛੇਵੇਂ ਪਾਤਸ਼ਾਹ ਜੀ ਦੇ ਕੋਲ ਬਹੁਤ ਵੱਡਾ ਕੋਈ ਤਿਆਰ ਕੀਤਾ ਹੋਇਆ ਕਿਲ੍ਹਾ ਨਹੀਂ ਸੀਗਾ। ਕੋਈ ਵੀ ਜਿਹੜੀ ਸੈਨਾ ਹੈ ਉਹ ਆਪਣੀ ਰੱਖਿਆ ਵਾਸਤੇ ਉੱਚੀ ਜਗ੍ਹਾ 'ਤੇ ਇੱਕ ਕਿਲ੍ਹਾ ਬਣਾਇਆ ਜਾਂਦਾ ਹੈ, ਔਰ ਛੇਵੇਂ ਪਾਤਸ਼ਾਹ ਜੀ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਕਿਲ੍ਹਾ ਨਹੀਂ ਸੀਗਾ।
ਉਸ ਇਲਾਕੇ ਦੇ ਵਿੱਚ ਕਈ ਮਹੀਨਿਆਂ ਦੀ ਪਹਿਲਾਂ ਤਿਆਰੀ ਨਹੀਂ ਸੀਗੀ, ਕੁਝ ਕੁ ਦਿਨ ਪਹਿਲਾਂ ਜਾ ਕੇ ਡੇਰਾ ਲਾਇਆ ਸੀਗਾ। ਅਤੇ ਜਿਹਦੇ ਕਰਕੇ ਫਿਰ ਕਹਿਣ ਲੱਗੇ ਬਿਨਾ ਦੁਰਗ ਗਿਰ ਅਰੇਹ ਅਗਾਰੀ ਰਣ ਕਰ ਦੇਹ ਸ਼ਾਹ ਕੌਹਾਰ। ਅਤੇ ਬੜੀ ਬਹਾਦਰੀ ਦੇ ਨਾਲ ਇੱਕ ਇੱਕ ਯੋਧੇ ਨੇ ਕਈਆਂ ਦਾ ਮੁਕਾਬਲਾ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਬਾਦਸ਼ਾਹ ਨੂੰ ਕਰਾਰੀ ਹਾਰ ਦਿੱਤੀ ਹੈ। ਸਕਲ ਦੇਸ਼ ਪਤ ਲਾਗੋਂ ਲਸ਼ਕਰ ਬਿਨ ਗੁਰ ਕਰੈ ਕੌਣ ਅਸਕਾਰ। ਤੇ ਬਿਨਾਂ ਬਹੁਤ ਵੱਡੇ ਲਸ਼ਕਰ ਦੇ ਜਿੱਡਾ ਵੱਡਾ ਕਾਰਜ ਛੇਵੇਂ ਪਾਤਸ਼ਾਹ ਜੀ ਨੇ ਕਰ ਦਿੱਤਾ ਹੈ। ਤੇ ਕਹਿਣ ਲੱਗੇ ਕਿ ਭਾਈ ਇਹੋ ਜਿਹਾ ਕਾਰਜ ਇੰਨੇ ਵੱਡਾ ਜੰਗ ਦੇ ਮੈਦਾਨ ਦੇ ਵਿੱਚ ਫੌਜ ਦਾ ਫਰਕ ਹੋਵੇ ਤੇ ਤਾਂ ਵੀ ਜੰਗ ਦੇ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਹੋ ਜਾਣੀ, ਇਹ ਤਾਂ ਬਹੁਤ ਵੱਡੀ ਦਲੇਰੀ ਬਹਾਦਰੀ ਦੀ ਨਿਸ਼ਾਨੀ ਹੈ। ਇਹਦਾ ਮਤਲਬ ਹੈ ਕਿ ਸਤਿਗੁਰਾਂ ਦੇ ਜਿਹੜੇ ਜਰਨੈਲ ਯੋਧੇ ਬਹਾਦਰ ਹਨ, ਉਹਨਾਂ ਤੋਂ ਵੱਡਾ ਕੋਈ ਯੋਧਾ ਇਸ ਦੁਨੀਆ ਦੇ ਵਿੱਚ ਇਸ ਧਰਤੀ 'ਤੇ ਨਹੀਂ ਹੈ। ਅਦਕ ਤੁਰਕ ਸੰਗਰਾਮ ਖਪਾਏ ਜਹਾਂ ਕਹਾਂ ਤੁਰਕ ਨੀ ਪੁਕਾਰ। ਤੇ ਬਹੁਤ ਵੱਡੀ ਗਿਣਤੀ ਜਿਹੜੇ ਤੁਰਕ ਚੜ੍ਹ ਕੇ ਆਏ ਸਨ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਿੱਟੀ ਦੇ ਵਿੱਚ ਮਿਲਾ ਦਿੱਤੇ, ਜਹਾਂ ਕਹਾਂ ਤੁਰਕ ਨੀ ਪੁਕਾਰ। ਹੁਣ ਇਲਾਕੇ ਦੇ ਵਿੱਚ ਵਿਚਰ ਕੇ ਦੇਖਿਆ ਹੈ ਕਿ ਤੁਰਕਣੀਆਂ, ਉਹਨਾਂ ਦੇ ਘਰ ਵਾਲੀਆਂ, ਉਹਨਾਂ ਦਾ ਜਿਹੜਾ ਪਰਿਵਾਰ ਉਹ ਵਿਲਕ ਰਿਹਾ ਹੈ। ਪਹਿਲਾਂ ਹੰਕਾਰ ਦੇ ਵਿੱਚ ਸੀਗੇ ਕਿ ਅਸੀਂ ਤਾਂ ਜਿੱਤ ਪ੍ਰਾਪਤ ਕਰ ਲੈਣੀ ਹੈ, ਨਸ਼ਾ ਕਰਕੇ ਘੋੜਿਆਂ ਦੀਆਂ ਛਾਲਾਂ ਮਰਵਾਉਂਦੇ ਹੋਏ ਬੜੇ ਹੰਕਾਰ ਦੇ ਵਿੱਚ ਆਏ ਸਨ। ਪਰ ਹੁਣ ਉਹਨਾਂ ਦੇ ਘਰੇ ਪਿੱਟ ਸਿਆਪਾ ਪਿਆ ਹੋਇਆ ਹੈ। ਜਿੰਨਾ ਵੀ ਗੁਰੂ ਘਰ ਦੇ ਨਾਲ ਮੱਥਾ ਲਾਇਆ ਹੈ, ਛੇਵੇਂ ਪਾਤਸ਼ਾਹ ਜੀ ਦੇ ਨਾਲ ਉਹਨਾਂ ਦਾ ਇਸੇ ਤਰ੍ਹਾਂ ਦਾ ਹੀ ਹਾਲ ਹੋਇਆ ਹੈ। ਇਸ ਬੁਖਾਰਤ ਕੀਟਤ ਹੈ ਸਿਰ ਰੋਦਤ ਬਹੁ ਅਸ਼ਰਨ ਕੋ ਡਾਰ। ਤੇ ਕਹਿਣ ਲੱਗੇ ਹੁਣ ਉਹਨਾਂ ਦੀਆਂ ਘਰ ਵਾਲੀਆਂ ਰੋ ਰਹੀਆਂ ਹਨ, ਵਿਲਕ ਰਹੀਆਂ ਹਨ, ਆਪਣੇ ਕੇਸ ਖੋ ਰਹੀਆਂ ਹਨ। ਇਸ ਤਰ੍ਹਾਂ ਘਰ ਦੇ ਵਿੱਚ ਸਾਰਿਆਂ ਦੇ ਤੁਰਕਾਂ ਦੇ ਪਿੱਟ ਸਿਆਪਾ ਪੈ ਗਿਆ ਹੈ। 35,000 ਦੀ ਵੱਡੀ ਫੌਜ ਜਿਹੜੀ ਸੀਗੀ, ਉਹਦੇ ਵਿੱਚੋਂ ਕੁਝ ਚੁਣਵੇਂ ਜਿਹੜੇ ਲੋਕ ਗਿਣਤੀ ਦੇ ਬਚੇ ਹਨ, ਬਾਕੀਆਂ ਦੇ ਘਰਾਂ ਦੇ ਵਿੱਚ ਸੋਗ ਪੈ ਗਿਆ। ਜਿਹੜੇ ਜਿਹੜੇ ਹੰਕਾਰ ਦੇ ਵਿੱਚ ਚੜ੍ਹ ਕੇ ਆਏ ਸਨ। ਦੇਸ਼ ਪ੍ਰਦੇਸ਼ਨ ਮੈਂ ਗੁਰ ਕੀਰਤ ਬਿਸਤੀਰਤ ਜਨ ਚੰਦ ਆਕਾਸ਼। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਬਲ ਹੈ, ਜਿਹੜੀ ਜੰਗ ਨੀਤੀ ਹੈ, ਜਾਂ ਉਹਨਾਂ ਦੀ ਦਲੇਰੀ, ਜਿਹੜੀ ਬਹਾਦਰੀ ਹੈ, ਵੀਰਤਾ ਹੈ, ਉਹਦੀਆਂ ਗਾਥਾਂ ਸਾਰੇ ਪਾਸੇ ਗਾਈਆਂ ਜਾ ਰਹੀਆਂ ਸਨ, ਉਦਾਹਰਨਾਂ ਦਿੱਤੀਆਂ ਜਾ ਰਹੀਆਂ ਹਨ। ਹੇ ਭਾਈ, ਕਹਿਣ ਲੱਗੇ ਕਿ ਭਾਈ ਦੇਸ਼ ਵਿਦੇਸ਼ਨ ਮਹਿ ਗੁਰ ਕੀਰਤ ਬਸਤੀਰਤ ਜਨ ਚੰਦ ਆਕਾਸ਼। ਭਾਵੇਂ ਦੁਨੀਆ ਦੇ ਹੋਰ ਵੀ ਅਨੇਕਾਂ ਰਾਜੇ ਹਨ, ਬਾਦਸ਼ਾਹ ਹਨ, ਪਰ ਉਹਨਾਂ ਰਾਜੇ ਅਤੇ ਬਾਦਸ਼ਾਹ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਅਨੇਕਾਂ ਤਾਰੇ ਹੋਣ, ਤਾਰਿਆਂ ਦੇ ਵਿੱਚ ਜਿਸ ਤਰ੍ਹਾਂ ਚੰਦਰਮਾ ਸ਼ੋਭਦਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਇਸ ਤਰ੍ਹਾਂ ਦੀ ਹੈ। ਜਾਨੀ ਪਰ ਲੈ ਨਿਤ ਸ਼ਾਹ ਜੇ ਤੁਰਕਾਨਾ ਸਭ ਹੋਏ ਵਿਨਾਸ਼। ਤੇ ਕਹਿਣ ਲੱਗੇ ਕਿ ਭਾਈ ਜਿਹੜਾ ਵੀ ਜਾਨੀ ਪਰੈ ਲਰੇ ਨਿਤ ਸ਼ਾਹੋ ਜੇ ਤੁਰਕਾਨਾ ਸਭ ਹੋਏ ਵਿਨਾਸ਼। ਅਗਾਂਹ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਕਿਤੇ ਬਾਦਸ਼ਾਹ ਫਿਰ ਚੜ੍ਹ ਕੇ ਆਏਗਾ ਤੇ ਇਹਦੇ ਵਿੱਚ ਉਹਦਾ ਹੀ ਨੁਕਸਾਨ ਹੋਏਗਾ। ਤੇ ਬਹੁਤ ਵੱਡੀ ਸੈਨਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਚੜ੍ਹ ਕੇ ਆਏਗੀ, ਇਸੇ ਤਰ੍ਹਾਂ ਸਤਿਗੁਰੂ ਜੀ ਜੰਗ ਕਰਨਗੇ ਤੇ ਸਾਰੀ ਸੈਨਾ ਨੂੰ ਮਿੱਟੀ ਦੇ ਵਿੱਚ ਮਿਲਾ ਦੇਣਗੇ। ਕਰਤਾ ਪੁਰਖ ਗੁਰੂ ਹਰਗੋਬਿੰਦ ਸਕਲ ਕਲਾ ਸਮਰੱਥ ਗੁਣ ਰਾਸ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਉਹ ਤਾਂ ਖੁਦ ਕਰਤੇ ਹਨ, ਉਹ ਕਰਤੇ ਪੁਰਖ ਹਨ। ਜੋ ਉਹ ਚਾਹੁਣ ਉਸੇ ਤਰ੍ਹਾਂ ਹੋ ਸਕਦਾ ਹੈ, ਉਹ ਕਰ ਸਕਦੇ ਹਨ। ਫਿਰ ਬੇਨਤੀ ਕਰਾਂ ਕਿ ਛੇਵੇਂ ਪਾਤਸ਼ਾਹ ਜੀ ਇਕੱਲੇ ਸੂਰਬੀਰ ਬਹਾਦਰ ਯੋਧੇ ਨਹੀਂ, ਉਹ ਜਿੱਥੇ ਸੰਸਾਰ ਦੇ ਆਨੰਦ ਸੁੱਖ ਦੇਣ ਵਾਲੇ ਹਨ, ਉਹਨਾਂ ਦੇ ਚਰਨਾਂ ਦੇ ਵਿੱਚੋਂ ਮੁਕਤੀ ਦੀ ਦਾਤ ਵੀ ਪ੍ਰਾਪਤ ਹੁੰਦੀ ਹੈ। ਜਿਵੇਂ ਆਪਾਂ ਕਈ ਵਾਰੀ ਬਚਨ ਸਾਂਝਾ ਕੀਤਾ ਹੈ ਕਿ ਇੱਕ ਵਾਰੀ ਆਗਰੇ ਦੇ ਕੋਲ ਛੇਵੇਂ ਪਾਤਸ਼ਾਹ ਜੀ ਦਾ ਦਲ ਤੰਬੂ ਕਨਾਤਾਂ ਲੱਗੇ ਹੋਏ ਸਨ ਅਤੇ ਲਾਗੇ ਹੀ ਬਾਦਸ਼ਾਹ ਵੀ ਉਦੋਂ ਨਾਲ ਹੀ ਸੀਗਾ, ਜਹਾਂਗੀਰ, ਉਹਦੇ ਵੀ ਲੱਗੇ ਸਨ। ਅਤੇ ਗਰੀਬ ਘਾਈ ਭੁਲੇਖਾ ਖਾ ਕੇ ਅਤੇ ਸ਼ਾਹਜਹਾਂ
ਜਹਾਂਗੀਰ ਦੇ ਦਰਬਾਰ ਦੇ ਵਿੱਚ ਚਲਿਆ ਗਿਆ ਤੇ ਬੇਨਤੀ ਕੀਤੀ ਸੀ ਇੱਕ ਟਕਾ ਰੱਖ ਕੇ, ਘਾਹ ਦੀ ਪੰਡ ਰੱਖ ਕੇ, ਕਿ ਮੈਨੂੰ ਮੁਕਤੀ ਦੀ ਦਾਤ ਚਾਹੀਦੀ ਹੈ। ਤੇ ਜਹਾਂਗੀਰ ਨੂੰ ਪਤਾ ਸੀਗਾ ਗੁਰੂ ਘਰ ਦੀ ਅਜ਼ਮਤ ਦਾ, ਤੇ ਉਹਨੇ ਆਖਿਆ ਸੀਗਾ, ਕਹਿਣ ਲੱਗਿਆ ਕਿ ਦੁਨੀਆ ਦੇ ਸੁੱਖ ਮੈਂ ਦੇ ਸਕਦਾ ਹਾਂ, ਪਰ ਹੇ ਭਾਈ ਜੇ ਮੁਕਤੀ ਚਾਹੀਦੀ ਹੈ, ਜੇ ਆਤਮਿਕ ਆਨੰਦ ਚਾਹੀਦਾ ਹੈ, ਜੇ ਚਾਹੁੰਦਾ ਜੀਵਨ ਸਫਲ ਹੋਵੇ, ਫਿਰ ਆਓ ਸਾਹਮਣੇ ਛੇਵੇਂ ਪਾਤਸ਼ਾਹ ਜੀ ਦੇ ਤੰਬੂ ਲੱਗੇ ਹੋਏ ਹਨ, ਸਤਿਗੁਰਾਂ ਦਾ ਉੱਥੇ ਉਤਾਰਾ ਹੈ, ਉੱਥੇ ਜਾ ਕੇ ਤੈਨੂੰ ਇਹ ਦਾਤ ਮਿਲ ਸਕਦੀ ਹੈ। ਸੋਨਾ ਚਾਂਦੀ ਤਾਂ ਮੈਂ ਦੇ ਸਕਦਾ ਹਾਂ, ਘੋੜੇ ਹਾਥੀ ਪਦਾਰਥ ਤਾਂ ਮੈਂ ਦੇ ਸਕਦਾ ਹਾਂ, ਪਰ ਮੁਕਤੀ ਦੀ ਦਾਤ ਮੈਂ ਨਹੀਂ ਦੇ ਸਕਦਾ। ਕਹਿਣ ਤੋਂ ਭਾਵ ਹੈ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਕੱਲੇ ਯੋਧੇ ਨਹੀਂ, ਉਹ ਮੀਰੀ ਤੇ ਪੀਰੀ ਦੇ ਮਾਲਕ ਹਨ। ਛੇਵੇਂ ਪਾਤਸ਼ਾਹ ਜੀ ਭਗਤੀ ਤੇ ਸ਼ਕਤੀ ਦੇ ਮੁਜੱਸਮੇ ਹਨ। ਤੇ ਕਹਿਣ ਲੱਗੇ, ਹੁਣ ਇੱਥੇ ਵਚਨ ਕੀਤਾ ਹੈ ਕਿ ਕਰਤਾ ਪੁਰਖ ਗੁਰੂ ਹਰਗੋਬਿੰਦ, ਸਕਲ ਕਲਾ ਸਮਰੱਥ ਗੁਣ ਰਾਸ। ਛੇਵੇਂ ਪਾਤਸ਼ਾਹ ਜੀ ਕਰਤੇ ਪੁਰਖ ਹਨ ਤੇ ਗੁਣਾਂ ਦੇ ਖਜ਼ਾਨੇ ਹਨ। ਦਰਸ਼ਨ ਕੋ ਬਖਸ਼ੈ ਐਸ਼ਵਰਜੰ, ਆਰੈ ਸਚਰੈ ਪਰੈ ਦੁਖ ਗ੍ਰਾਸ। ਤੇ ਜਿਹੜੇ ਤਾਂ ਉਹਨਾਂ ਦੇ ਚਰਨਾਂ ਦੇ ਦਾਸ ਬਣ ਜਾਣ, ਉਹਨਾਂ ਨੂੰ ਤਾਂ ਦਾਤਾਂ ਪ੍ਰਾਪਤ ਹੁੰਦੀਆਂ ਹਨ, ਜੋ ਉਹ ਚਾਹਣ, ਜੋ ਉਹਨਾਂ ਦੇ ਮਨ ਦੀ ਇੱਛਾ ਹੋਵੇ। ਤੇ ਪਰ ਜਿਹੜੇ ਹੰਕਾਰ ਦੇ ਵਿੱਚ ਚੜ੍ਹ ਕੇ ਆਉਣ, ਆਪਾਂ ਵਚਨ ਪੜ੍ਹਦੇ ਆ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ, ਸੁਖੀ ਬਸੇ ਮਸਕੀਨੀਆ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਜਿਹੜਾ ਹੰਕਾਰ ਕਰਕੇ ਆਏਗਾ ਉਹਨੇ ਤਾਂ ਫਿਰ ਮਰਨਾ ਹੀ, ਉਹਨੇ ਖਤਮ ਹੋਣਾ ਹੀ ਹੈ ਗੁਰੂ ਘਰ ਦੇ ਨਾਲ ਮੱਥਾ ਲਾ ਕਰਕੇ। ਹੁਣ ਜਿਨ੍ਹਾਂ ਨੇ ਨਿਮਰਤਾ ਧਾਰਨ ਕੀਤੀ ਹੈ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਉਹ ਤਰ ਗਏ। ਤੇ ਜਿਹਨੇ ਫਿਰ ਮੱਥਾ ਲਾਇਆ ਹੈ, ਉਹ ਤਾਂ ਕਹਿਣ ਲੱਗੇ ਕਿ ਜਿਹਨੇ ਫਿਰ ਵਿਰੋਧ ਕੀਤਾ, ਅਰੇ ਸੋ ਝਰੇ ਹੈ ਮਰੇ ਦੁੱਖ ਗ੍ਰਾਸ। ਉਹ ਅੜੇ ਜਿਹੜੇ ਉਹ ਝੜ ਗਏ, ਦੁੱਖ ਪ੍ਰਾਪਤ ਕੀਤਾ, ਵੱਡਾ ਨੁਕਸਾਨ ਕਰਵਾਇਆ ਹੈ ਦਿਲ ਬਾਗ ਰਹਿਓ ਇੱਕ ਗੁਰ ਢਿੰਗ, ਨਾਮ ਜਾਨ ਭਾਈ ਧਰ ਦੀਨ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਦੋ ਘੋੜੇ ਜਿਹੜੇ ਸਨ, ਉਹਨਾਂ ਦੇ ਵਿੱਚੋਂ ਇੱਕ ਘੋੜਾ ਜਿਹੜਾ ਗੁਲਬਾਗ ਸੀਗਾ, ਜਿਹਦੇ ਤੇ ਸਤਿਗੁਰੂ ਜੀ ਸਵਾਰ ਸਨ, ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਹੈ। ਤੇ ਕਹਿਣ ਲੱਗੇ, ਹੁਣ ਹੈ ਦਿਲ ਬਾਗ ਰਹਿਓ ਇੱਕ ਗੁਰ ਢਿੱਗ। ਇੱਕ ਘੋੜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਗਾ, ਜਾਨ ਭਾਈ ਧਰ ਦੀਨ, ਜਿਹਦਾ ਨਾਮ ਸਤਿਗੁਰਾਂ ਨੇ ਜਾਨ ਭਾਈ ਜਿਹਨੂੰ ਕਿਹਾ ਕਰਦੇ ਸਨ। ਤੇ ਜਿਹੜਾ ਸੁਹੇਲਾ ਸੀਗਾ, ਉਹ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਹੈ। ਦੀਆ ਗੁਲ ਬਾਗ ਸੁਹੇਲਾ ਕਹਿ ਜਿਸ, ਸੋ ਰਣ ਵਿਖੇ ਪ੍ਰਾਨ ਤੇ ਹੀਨ। ਹੁਣ ਇੱਕ ਘੋੜਾ ਪਾਤਸ਼ਾਹ ਜੀ ਦੇ ਕੋਲ ਬਚਿਆ ਹੈ, ਤੇ ਦੂਜਾ ਜੰਗ ਦੇ ਮੈਦਾਨ ਦੇ ਵਿੱਚ ਕਈ ਤੀਰ ਲੱਗਣ ਕਰਕੇ ਕੁਝ ਸਮਾਂ ਪਹਿਲਾਂ ਮਾਰਿਆ ਗਿਆ ਸੀਗਾ। ਮਰਿਓ ਬ੍ਰਹੇ ਬਹੁਰ ਦੁਖ ਪ੍ਰਾਪਤ, ਗੁਰ ਅੰਤਰ ਜਾਮੀ ਸਭ ਚੀਨ। ਤੇ ਜਿਹੜਾ ਰਹਿ ਗਿਆ ਇੱਕ ਘੋੜਾ ਹੈ ਗੁਲਬਾਗ, ਕਿਉਂਕਿ ਇਹ ਜਿਹੜੀ ਜੋੜੀ ਸੀਗੀ ਇਹ ਇਕੱਠੀ ਰਹੀ ਹੈ। ਔਰ ਹੁਣ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਾਤਸ਼ਾਹ ਜੀ ਨੂੰ ਕਈ ਦਿਨ ਹੋ ਗਏ ਹਨ, ਮਾਲਵੇ ਦੀ ਧਰਤੀ ਤੇ ਉਸੇ ਜੰਗੀ ਥਾਂ ਤੇ ਸਤਿਗੁਰਾਂ ਨੇ ਅਜੇ ਵੀ ਉਤਾਰਾ ਕੀਤਾ, ਉੱਥੇ ਹੀ ਟਿਕੇ ਹੋਏ ਹਨ। ਤੇ ਕੁਝ ਦਿਨਾਂ ਤੋਂ ਬਾਅਦ ਛੇਵੇਂ ਪਾਤਸ਼ਾਹ ਜੀ ਨੇ ਦੇਖਿਆ ਹੈ ਕਿ ਜਿਹੜਾ ਇੱਕ ਘੋੜਾ ਹੈ ਇੰਨਾ ਲੰਮਾ ਸਮਾਂ ਇਕੱਲਾ ਨਹੀਂ ਰਿਹਾ ਹੈ। ਤੇ ਹੁਣ ਕੀ ਦੇਖਦੇ ਹਨ ਕਿ ਉਹਦੇ ਅੰਦਰ ਬਿਰਹਾ ਹੈ, ਵਿਛੋੜਾ ਹੈ, ਕਿਉਂਕਿ ਉਹ ਆਪਣੇ ਸਾਥੀ ਤੋਂ ਬਿਨਾਂ ਕਦੇ ਇਕੱਲਾ ਨਹੀਂ ਰਿਹਾ। ਪਾਤਸ਼ਾਹ ਜੀ ਨੇ ਦੇਖਿਆ ਹੈ ਕਿ ਉਹ ਚੰਗੀ ਤਰ੍ਹਾਂ ਕੁਝ ਖਾ ਪੀ ਨਹੀਂ ਰਿਹਾ। ਪਰਿਓ ਬਿਰਹਾ ਬਹੁਰ ਦੁੱਖ ਪ੍ਰਾਪਤ, ਗੁਰ ਅੰਤਰ ਜਾਮੀ ਸਭ ਚੀਨ। ਪਾਤਸ਼ਾਹ ਜੀ ਨੇ ਸਾਰਾ ਕੁਝ ਜਾਣਿਆ ਹੈ। ਆਏ ਨਿਕਟ ਉਪਦੇਸ਼ ਬਖਾਨਿਓ, ਸਬਰ ਤਨ ਸਨੇਹ ਕਿਆ ਕੀਨ। ਤੇ ਸਤਿਗੁਰਾਂ ਨੇ ਉਹਦੇ ਕੋਲ ਆ ਕਰਕੇ ਉਹਨੂੰ ਥਾਪੜਾ ਦੇ ਕਰਕੇ ਉਹਦੇ ਸਿਰ ਤੇ ਹੱਥ ਰੱਖ ਕੇ ਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ। ਕਹਿਣ ਲੱਗੇ ਕਿ ਭਾਈ ਜਿਹੜਾ ਸਨੇਹ ਹੈ ਉਹ ਨਹੀਂ ਕਰਨਾ, ਇਸ ਜਿਹੜੇ ਤਨ ਦਾ ਇਹ ਕੋਈ ਭਰੋਸਾ ਨਹੀਂ ਹੈ। ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਬਚਨ ਕੀਤਾ ਕਿ ਭਾਈ ਇਹ ਇਸੇ ਤਰ੍ਹਾਂ ਸੰਸਾਰ ਦਾ ਸੁਭਾਅ ਹੈ, ਔਰ ਹਮੇਸ਼ਾ ਜਿਹੜਾ ਹੈ ਉਹ ਸਾਥ ਨਹੀਂ ਰਹਿ ਸਕਦਾ।
ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਝ ਸਮਾਂ ਕੋਲ ਆ ਕੇ ਇੱਕ ਜਿਹੜਾ ਬਚਿਆ ਹੋਇਆ ਘੋੜਾ ਹੈ ਉਹਦੇ ਨਾਲ ਕੁਝ ਗੱਲਾਂ ਕੀਤੀਆਂ, ਉਹਦੇ ਹੱਥ ਰੱਖਿਆ, ਜਿਹਦੇ ਕਰਕੇ ਉਹ ਘੋੜਾ ਬਾਅਦ ਵਿੱਚ ਪ੍ਰਸੰਨ ਹੋਇਆ, ਸ਼ਾਂਤ ਹੋਇਆ ਹੈ। ਸਭਾ ਵਿਖੇ ਥਿਤ ਸ੍ਰੀ ਹਰਿਗੋਬਿੰਦ ਕਹਿਓ ਮੋਹਿ ਰਣ ਥੰਬਾ ਥਾਨ। ਤੇ ਸਤਿਗੁਰੂ ਜੀ ਹੁਣ ਮਾਲਵੇ ਦੀ ਧਰਤੀ ਤੇ ਜਿੱਥੇ ਜੰਗ ਜਿੱਤਿਆ ਉੱਥੇ ਸਭਾ ਰੋਜ਼ ਲੱਗਦੀ ਹੈ, ਦਰਬਾਰ ਸਜਦਾ ਹੈ, ਪਾਤਸ਼ਾਹ ਜੀ ਬਿਰਾਜਮਾਨ ਹੁੰਦੇ ਹਨ। ਕਹਿਣ ਲੱਗੇ ਸਤਿਗੁਰੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੁਭਾਏਮਾਨ ਸਨ ਤੇ ਮੋਹੇ ਰਣ ਥੰਬਾ ਥਾਨ। ਪਾਤਸ਼ਾਹ ਜੀ ਨੇ ਬਚਨ ਕੀਤਾ ਇਹ ਜਿੱਤ ਵਾਲਾ, ਇਹ ਜਿਹੜਾ ਵੱਡਾ ਅਸਥਾਨ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਗਟ ਹੋਏਗਾ। ਨਾਮ ਗੁਰੂ ਸਰ ਤੀਰਥ ਪਾਵਨ ਕਲਮਲ ਗਨ ਨਾਸ਼ਨ ਇਸ਼ਨਾਨ। ਔਰ ਇਹਦਾ ਨਾਮ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਸਰ ਹੋਏਗਾ, ਬਹੁਤ ਵੱਡਾ ਇਹ ਤੀਰਥ ਇਸ਼ਨਾਨ ਇੱਥੇ ਬਣੇਗਾ। ਇੱਥੇ ਆਉਣ ਦੇ ਨਾਲ, ਇੱਥੇ ਭਾਵਨਾ ਸਹਿਤ ਹਾਜ਼ਰੀ ਭਰਨ ਦੇ ਨਾਲ, ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ ਇਸ਼ਨਾਨ ਕਰਨ ਦੇ ਨਾਲ ਅਨੇਕਾਂ ਤਰ੍ਹਾਂ ਦੇ ਦੁੱਖ ਦੂਰ ਹੋਣਗੇ ਤੇ ਭਾਵਨਾ ਪੂਰੀ ਹੋਵੇਗੀ। ਧਰ ਸ਼ਰਧਾ ਨਰ ਪਰਸੈ ਆਏ ਜੋ ਪੁਰਵੈ ਮਨੋ ਕਾਮਨਾ ਖਾਨ। ਜਿਹੜਾ ਨੀਵਾਂ ਹੋ ਕੇ ਸ਼ਰਧਾ ਭਾਵਨਾ ਦੇ ਨਾਲ ਆਏਗਾ ਉਹਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਤੇ ਖੁਸ਼ ਹੋ ਕੇ ਜਾਏਗਾ। ਗੁਰ ਸਿੱਖੀ ਕੋ ਪ੍ਰਾਪਤ ਹੋਵੇ ਗੁਰੂ ਮਹਾਤਮ ਕੀਨ ਬਖਾਨ। ਔਰ ਇਸ ਪਾਵਨ ਅਸਥਾਨ ਤੇ ਹਾਜ਼ਰੀਆਂ ਭਰਨ ਦੇ ਨਾਲ, ਦਰਸ਼ਨ ਦੀਦਾਰੇ ਕਰਨ ਦੇ ਨਾਲ ਜਿਹੜੀ ਗੁਰੂ ਕੀ ਸਿੱਖੀ ਦੀ ਦਾਤ ਹੈ ਉਹ ਪ੍ਰਾਪਤ ਹੋਵੇਗੀ। ਜਿਸ ਜਗ੍ਹਾ ਤੇ ਪਾਤਸ਼ਾਹ ਜੀ ਨੇ ਚਰਨ ਪਾਏ ਹੋਣ, ਭਾਗ ਲਾਏ ਹੋਣ ਤੇ ਉਹ ਜਗ੍ਹਾ ਪਵਿੱਤਰ ਹੁੰਦੀ ਹੈ। ਤੇ ਉੱਥੇ ਜਿਹੜਾ ਕੋਈ ਭਾਵਨਾ ਦੇ ਨਾਲ ਆਏਗਾ, ਪਾਤਸ਼ਾਹ ਜੀ ਨੇ ਬਚਨ ਕੀਤਾ ਉਹ ਗੁਰੂ ਕੀ ਦਾਤ ਜਿਹੜੀ ਸਿੱਖੀ ਦੀ ਹੈ, ਧਰਮ ਦੀ ਜਿਹੜੀ ਦਾਤ ਹੈ ਉਹਨਾਂ ਨੂੰ ਪ੍ਰਾਪਤ ਹੋਏਗੀ। ਇਹ ਮਹਾਨਤਾ ਇਸ ਅਸਥਾਨ ਦੀ ਹੈ। ਜੋਧ ਸਲੀਮ ਸ਼ਾਹ ਜੁਗ ਭਰਾਤਾ ਗੁਰ ਮਰਜੀ ਲਖ ਅਰਜੀ ਕੀਨਾ। ਤੇ ਰਾਏ ਜੋਧ ਸ਼ਾਹ ਜਿਹਨੇ ਸਤਿਗੁਰਾਂ ਦਾ ਬਹੁਤ ਵੱਡਾ ਸਾਥ ਦਿੱਤਾ ਹੈ, ਆਪਣੀ ਸੈਨਾ ਲੈ ਕਰਕੇ ਗੁਰੂ ਦਾ ਸਾਥ ਦਿੰਦੇ ਹੋਏ ਜੰਗ ਲੜਿਆ ਹੈ ਤੇ ਵੱਡੀ ਗਿਣਤੀ ਦੇ ਜਿਹਦੇ ਯੋਧੇ ਮਾਰੇ ਵੀ ਗਏ, ਆਪ ਵੀ ਜ਼ਖਮੀ ਹੋਇਆ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗਿਆ ਜੋਧ ਸਲੇਮ। ਜੋਧ ਇਹਦਾ ਨਾਮ ਹੈ ਤੇ ਇਹਦਾ ਜਿਹੜਾ ਛੋਟਾ ਭਰਾ ਉਹਦਾ ਨਾਮ ਹੈ ਸਲੇਮ ਸ਼ਾਹ। ਜਿਹੜਾ ਵੱਡਾ ਸੈਨਾਪਤੀ, ਇਹਨੇ ਵੀ ਬਹੁਤ ਵੱਡਾ ਜੰਗ ਕੀਤਾ ਹੈ। ਦੋਨਾਂ ਨੇ ਹੱਥ ਜੋੜ ਕੇ ਮਾਲਕ ਦੇ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਅਰਜ਼ ਬੇਨਤੀ ਕੀਤੀ ਹੈ। ਮਹਾਰਾਜ ਅਬ ਕਾਪੜ ਪਰ ਕੋ ਗਮਨ ਕਰੋ ਨਿਜ ਬਿਲਮ ਗਹੀਨਾ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਹੁਣ ਬਿਨਾਂ ਕਿਸੇ ਦੇਰੀ ਤੋਂ ਆਪਣੇ ਨਗਰ ਕਾਂਗੜ ਜਿੱਥੋਂ ਆਪਾਂ ਚੱਲ ਕੇ ਇੱਥੇ ਜੰਗ ਕਰਨ ਵਾਸਤੇ ਆਏ ਸੀਗੇ, ਹੁਣ ਵਾਪਸ ਆਪਾਂ ਨਗਰ ਨੂੰ ਚੱਲੀਏ ਜੀ। ਇਸ ਥਲ ਕੋ ਆਗਵਾਨ ਜੇ ਕਾਰਜ ਕਰਕੇ ਜੰਗ ਫਤਿਹ ਵੱਢ ਲਈਨਾ। ਪਾਤਸ਼ਾਹ ਜਿਹੜੇ ਕਾਰਜ ਵਾਸਤੇ, ਜਿਹੜੇ ਕੰਮ ਵਾਸਤੇ ਆਪਾਂ ਇੱਥੇ ਆ ਕੇ ਮੋਰਚਾ ਲਾਇਆ ਸੀਗਾ, ਉਤਾਰਾ ਕੀਤਾ ਸੀਗਾ, ਉਹ ਕਾਰਜ ਤਾਂ ਪੂਰਾ ਹੋ ਗਿਆ, ਫਤਿਹ ਹਾਸਲ ਕਰ ਲਈਏ, ਜੰਗ ਜਿੱਤਿਆ ਗਿਆ ਹੈ। ਹੁਣ ਸਾਡੀ ਭਰਾਵਾਂ ਦੀ ਇੱਛਾ ਹੈ ਤੁਸੀਂ ਸਾਡੇ ਨਗਰ ਨੂੰ ਜਾ ਕਰਕੇ ਫਿਰ ਭਾਗ ਲਾਓ, ਉੱਥੇ ਰਹੋ ਜੀ। ਅਸ਼ਟ ਦਿਵਸ ਅਵ ਬੀਤ ਗਏ ਥਿਤ ਰਿਪਨ ਪ੍ਰਤੀਖਤ ਰਹੇ ਪਰਬੀਨਾ। ਔਰ 8 ਦਿਨ ਹੁਣ ਬਤੀਤ ਹੋ ਚੁੱਕੇ ਹਨ ਜੰਗ ਹੋਏ ਨੂੰ ਤੇ ਗਰੀਬ ਨਿਵਾਜ ਸਤਿਗੁਰੂ ਜੀ ਹੁਣ ਇੰਨੇ ਲੰਮੇ ਸਮੇਂ ਤੋਂ ਬਾਅਦ ਦੁਬਾਰਾ ਸਾਨੂੰ ਨਹੀਂ ਲੱਗਦਾ ਕੋਈ ਅਹਿਲਕਾਰ ਬਾਦਸ਼ਾਹ ਫਿਰ ਭੇਜੇਗਾ। ਹੁਣ ਉੱਧਰੋਂ ਕੋਈ ਚੜ੍ਹਾਈ ਕਰਕੇ ਆਏਗਾ, ਲੱਗਦਾ ਨਹੀਂ ਹੈ। ਜੇ ਆਉਣਾ ਹੁੰਦਾ ਤੇ ਹੁਣ ਨੂੰ ਖਬਰ ਪਹੁੰਚ ਜਾਣੀ ਸੀ, ਕੋਈ ਨਾ ਕੋਈ ਦਲ ਚੱਲ ਪੈਣਾ ਸੀ। ਤੇ ਜਿਹੜੇ ਸੂਝੇ ਹਨ ਇਹੀ ਖਬਰ ਦੇ ਰਹੇ ਹਨ ਕਿ ਕੋਈ ਦਲ ਦੁਬਾਰਾ ਉੱਧਰੋਂ ਆਇਆ ਨਹੀਂ, ਲਾਹੌਰ ਦੀ ਧਰਤੀ ਤੋਂ ਚੱਲਿਆ ਨਹੀਂ ਹੈ। ਇਸ ਕਰਕੇ 8 ਦਿਨ ਹੋ ਗਏ ਹਨ ਸਾਨੂੰ ਉਡੀਕ ਕਰਦਿਆਂ ਨੂੰ ਕਿ ਬਾਦਸ਼ਾਹ ਗੁੱਸੇ ਦੇ ਵਿੱਚ ਹੋ ਸਕਦਾ ਫਿਰ ਕੋਈ ਲਸ਼ਕਰ ਭੇਜ ਦੇਵੇ। ਹੁਣ ਆਉਣ ਦੀ ਕੋਈ ਆਸ ਨਹੀਂ ਹੈ। ਇਸ ਕਰਕੇ ਬੇਨਤੀ ਹੈ ਪਾਤਸ਼ਾਹ ਜੀ ਵਾਪਸ ਨਗਰਾਂ ਨੂੰ ਆਓ ਤੇ ਕਾਂਗੜ ਸਾਡਾ ਜਿਹੜਾ ਪਿੰਡ ਹੈ, ਨਗਰ ਹੈ, ਉਸ ਧਰਤੀ ਨੂੰ ਜਾ ਕਰਕੇ ਭਾਗ ਲਾਓ, ਗ੍ਰਹਿ ਨੂੰ ਪਵਿੱਤਰ ਕਰੋ। ਇਹ ਬੇਨਤੀ ਰਾਏ ਜੋਧ ਸ਼ਾਹ ਤੇ ਉਹਦੇ ਭਰਾ ਸਲੇਮ ਸ਼ਾਹ ਨੇ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕੀਤੀ ਹੈ। ਔਰ ਅਗਲੇਰਾ ਜਿਹੜਾ ਇਤਿਹਾਸ ਹੈ ਸਤਿਗੁਰੂ ਜੀ ਮਾਲਵੇ ਦੀ ਧਰਤੀ ਤੇ ਕਿਵੇਂ ਫਿਰ
ਅਨੇਕਾਂ ਜੀਵਾਂ ਦਾ ਭਲਾ ਕਰਦੇ ਹਨ, ਸੰਗਤ ਦੀ ਭਾਵਨਾ ਪੂਰੀ ਕਰਦੇ ਹਨ। ਅਗਲੇ ਦੇ ਦਿਨਾਂ ਦੇ ਵਿੱਚ ਇਤਿਹਾਸ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ। ਬੇਅੰਤ ਭੁੱਲਾਂ ਹੋ ਜਾਂਦੀਆਂ ਹਨ ਵਿਚਾਰ ਕਰਦਿਆਂ। ਸੰਗਤ ਬਖਸ਼ਣਹਾਰ ਹੈ, ਸਤਿਗੁਰੂ ਜੀ ਬਖਸ਼ਣਹਾਰ ਹਨ। ਆਓ ਕੁਝ ਕੁ ਸਮੇਂ ਵਾਸਤੇ ਸਾਰੀ ਸੰਗਤ ਚੜ੍ਹਦੀ ਕਲਾ ਵਾਸਤੇ, ਸਰਬੱਤ ਦੇ ਭਲੇ ਵਾਸਤੇ, ਤੰਦਰੁਸਤੀਆਂ ਵਾਸਤੇ ਭਾਵਨਾ ਸਹਿਤ ਸਿਮਰਨ ਦੇ ਵਿੱਚ ਹਾਜ਼ਰੀ ਭਰੋ ਜੀ। ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।